ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਣਾ ਮਰਨਾ ਆਇਆ ਵਿਛੋੜਾ ਸਵਨਾ ਹੋ। ਪੁੱਛੋ ਜਾਏ ਸਿਆਣਿਆ ਪੁੱਛ ਹੋ ਜਾਏ ਸਿਆਣਿਆ। ਆਗੈ ਮਿਲਣ ਕੇ ਨਾ ਹੋ। ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਹੋਏ ਨਾ ਬੰਦਾ ਤੀਰ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਜੀ। ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਜੀ। ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਜੀ। ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਜੀ। ਬਸਨ ਸਹੇਲਾ ਜੀ 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 ਆਗੈ ਬਸਨ ਸਹੇਲਾ ਜੀ।
बसन सहेला जी आकै बसन सहेला जी, बसन सहेला जी आकै बसन सहेला जी। काट चलो हर लहाया गै बसन सहेला जी, इहाँ काट चलो हर लहाया गै बसन सहेला जी। करो बिनंती सुनो मेरे मीता, संत टहल की बेला, इहाँ खाट चलो अर लाहा आगा बसन सहेला। आओ दकटै दिन सरै नारे, मन गुर मिल का सवारे रहाओ। एहो संसार विकार संसे मैं, तरियो ब्रह्म ज्ञानी जिसे जगाए क्वै रस। अकाथ कथा तुन जानी, जाको आए सोई बिहाज हो, हर गुर ते मन है बसेरा। निज कर महल पावो सुख सहजे, बहुर न होए को फेरा। अंतर जामी पुरख विधाते, सरदा मन की पूरे। नानक दास सुख मांगै, मौक कर संतन की तूरे। हो तेरा हो जूगा जी बसन सहेला, नाम जाहे गुरुगा। तेरा हो जूगा बसन सहेला, नाम जप वाहेगुरू दा। बसन सहेला, नाम जप वाहेगुरू दा। तेरा हो जूगा जी बसन सहेला, नाम जप वाहेगुरू दा।
मेरे प्यारे नाम जप वाहेगुरू दा, प्यारे जी नाम जप वाहेगुरू दा। सतगुर कहंदे नाम जप वाहेगुरू दा, बाणी कहंदी नाम जप वाहेगुरू दा। बसना सहला जी बसना, हाँ नाम जप वाहेगुरू दा, तेरा हो जूगा बसना सहला। नाम जप वाहेगुरू दा। परम सत्कारयोग गुरु की साजी नवाजी, गुरु का खास रूप गुरु खालसा साध संगत जी, आप सब नूं भली कर प्रकार पता ही है जो कि काका सतनाम सिंह जी बहुत ही छोटी उम्र दे विच इस फानी संसार नूं, अपने परिवार नूं, साक संबंधियां नूं, रिश्तेदारां नूं अलविदा कह के उस काल पुरख वाहिगुरू दे चरनां दे विच जा विराजे, काल चलाना कर गए। सो पिछों गुरमुख परिवार वालों उन्हां दी आत्मिक शांति वास्ते उन्हां दे गृह विखे तुरकी बाणी आई, तिना सगली चिंत मिटाई के श्री सहज पाठ साहिब आरंभ किए गए सन, जिन्हां दे सवेरे आदि तो मध तो संपूर्ण भोग पाए गए ते उस तो उपरंत गुरु घर विखे उन्हां दी अंतिम समय दी अरदास नूं मुख रखदिआं होइआं काल युग मैं कीर्तन प्रधाना, गुरमुख जपिए लाए ध्याना, आप तरे सगले कुल तारे, हर दरगह पातसियों जाए। कुछ समय वास्ते मन दीआं बिरतियां नूं एकागर करना है। उस बच्चे की विछड़ी रूह के निमित्त असीं मन नूं एकागर करके बैठ के इत्थे अपने मन नूं शांत करके एकागर करके इक्को अरदास बेनती गुरु के शब्द की विचार दे नाल मन जोड़ के बेनती करनी है कि महाराज उस बच्चे की रूह नूं अपने चरनां दे विच निवास बख्शण। आओ सब तो पहला
ਰਸਨਾ ਪਵਿੱਤਰ ਕਰੀਏ ਦਸ਼ਮੇਸ਼ ਪਿਤਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਫਤਿਹ ਬੁਲਾ ਕੇ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨ ਦੀਆਂ ਬਿਰਤੀਆਂ ਨੂੰ ਬਾਹਰੀ ਖਿਆਲਾਂ ਤੋਂ ਸੰਕੋਚਦੇ ਹੋਏ ਇਕਾਗਰ ਕਰਕੇ, ਮਨ ਨੂੰ ਸ਼ਾਂਤ ਕਰਕੇ, ਜੋ ਅਸੀਂ ਇੱਥੇ ਬੈਠ ਕੇ ਸੰਗਤ ਦੇ ਵਿੱਚ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿਸ ਮਨੋਰਥ ਵਾਸਤੇ, ਸਾਡਾ ਕੀ ਇੱਥੇ ਬੈਠਣ ਦਾ ਮਨੋਰਥ ਹੈ, ਕਿਸ ਕਾਰਜ ਵਾਸਤੇ ਅਸੀਂ ਇੱਥੇ ਆਉਂਦੇ ਹਾਂ, ਸੰਸਾਰ ਦੇ ਉੱਤੇ ਕੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਾਨੂੰ ਕਾਰਜ ਕਰਨ ਵਾਸਤੇ ਭੇਜਿਆ। ਸੋ ਸਭ ਤੋਂ ਪਹਿਲਾਂ ਤਾਂ ਬੜੇ ਵੱਡੀ ਦੁੱਖ ਦੀ ਗੱਲ ਹੈ ਕਿ ਇੱਕ ਮਾਤਾ ਪਿਤਾ ਦਾ ਜਵਾਨ ਪੁੱਤਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ, ਸੰਸਾਰ ਤੋਂ ਚਲਿਆ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ, ਕਿਉਂਕਿ ਇੱਥੇ ਸੰਸਾਰ ਦੇ ਉੱਤੇ ਅਸੀਂ ਸੁੱਖ ਦੇ ਵਿੱਚ, ਵਿਆਹਾਂ ਸ਼ਾਦੀਆਂ ਦੇ ਵਿੱਚ ਭਾਵੇਂ ਕਿਸੇ ਦੇ ਨਾ ਜਾਈਏ, ਪਰ ਮਹਾਰਾਜ ਕਹਿੰਦੇ ਦੁੱਖ ਦੇ ਵਿੱਚ ਸਾਨੂੰ ਹਰ ਇੱਕ ਦੇ ਦੁੱਖ ਦੇ ਵਿੱਚ ਜਾ ਕੇ ਉਹ ਦੁੱਖ ਮਿਟਾਉਣਾ ਚਾਹੀਦਾ ਹੈ। ਉਹਨੂੰ ਜਾ ਕੇ ਬੰਦੇ ਨੂੰ, ਜਿਹਦਾ ਜੀ ਚਲੇ ਗਿਆ ਘਰ ਦਾ, ਜਿਹੜੇ ਮਾਤਾ ਪਿਤਾ ਜਵਾਨ ਪੁੱਤਰ ਚਲੇ ਗਿਆ, ਉਹਨੂੰ ਜਾ ਕੇ ਕਹਿੰਦੇ ਹੌਸਲਾ ਦੇਣਾ ਚਾਹੀਦਾ ਹੈ। ਸਭ ਤੋਂ ਵੱਡੀ ਸੇਵਾ ਹੈ ਜੋ ਉਹਨੂੰ ਭਾਣਾ ਮੰਨਣ ਦੀ ਸੇਧ ਦੇਣੀ ਚਾਹੀਦੀ ਹੈ ਕਿ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਦੁਆਰਾ ਦਾਤ ਦਿੱਤੀ ਸੀ। ਉਹਨੇ ਆਪਣੀ ਮਰਜ਼ੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਹੀ ਧੀਆਂ ਪੁੱਤਰਾਂ ਦੀਆਂ ਉਹ ਦਾਤਾਂ ਬਖਸ਼ਦਾ ਹੈ ਹਰ ਇੱਕ ਨੂੰ। ਤੇ ਸਾਧ ਸੰਗਤ ਜੀ, ਆਪਣੀ ਮਰਜ਼ੀ ਦੇ ਨਾਲ ਹੀ, ਉਹਦੀ ਮਰਜ਼ੀ ਹੈ, ਭਾਵੇਂ ਜਦੋਂ ਮਰਜ਼ੀ ਖੋਹ ਲਵੇ। ਇਹ ਉਹਦਾ ਭਾਣਾ ਹੈ ਅਕਾਲ ਪੁਰਖ ਵਾਹਿਗੁਰੂ ਦਾ। ਉਹਦਾ ਲਿਖਿਆ ਹੋਇਆ ਲੇਖ ਮਾਰੇ ਕਹਿੰਦੇ ਕਦੇ ਮਿਟ ਨਹੀਂ ਸਕਦਾ। ਉਹਦੀ ਮਰਜ਼ੀ ਦੀ ਅੱਗੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ, ਨਾ ਹੀ ਉਹਦੇ ਹੁਕਮ ਤੋਂ ਬਾਹਰ ਕੁਝ ਇੱਥੇ ਹੋ ਸਕਦਾ। ਇੱਥੇ ਬੰਦਾ ਸੰਸਾਰ ਦੇ ਉੱਤੇ ਆਪਣੀ ਕਰਮਾਂ ਰੂਪੀ ਖੇਤੀ ਜੋ ਵੱਢਣ ਆਇਆ, ਜਿਹੋ ਜਿਹਾ ਕਰਮ ਬੀਜਦਾ ਹੈ, ਉਹੇ ਜਿਹਾ ਨੂੰ ਇਹ ਸੰਸਾਰ ਦੇ ਉੱਤੇ ਆ ਕੇ ਫਲ ਭੋਗ ਕੇ ਜਾਣਾ ਪੈਂਦਾ। ਕਈ ਧਰਤੀ ਦੇ ਵਿੱਚ ਬੀਜ ਜਿਹੜੇ ਬੀਜੇ ਜਾਂਦੇ ਨੇ ਉਹ ਛੇਤੀ ਉੱਗ ਪੈਂਦੇ ਨੇ, ਉਹ ਛੇਤੀ ਪੁੰਗਰ ਜਾਂਦੇ ਨੇ, ਛੇਤੀ ਉਹਨਾਂ ਤੋਂ ਜਿਹੜਾ ਬੂਟਾ ਤਿਆਰ ਹੋ ਜਾਂਦਾ ਹੈ। ਤੇ ਕਈ ਜਿਹੜੇ ਬੀਜ ਨੇ ਉਹ ਥੋੜ੍ਹਾ ਜਿਹਾ ਟਾਈਮ ਲੈ ਲੈਂਦੇ ਨੇ। ਉਹ ਕਿਉਂ? ਕਿਉਂਕਿ ਕਈਆਂ ਦੇ ਜਿਹੜੇ ਇੱਥੇ ਉਸੇ ਹਿਸਾਬ ਨਾਲ ਮਹਾਰਾਜ ਕਹਿੰਦੇ ਕਈਆਂ ਦੇ ਜਿਹੜੇ ਪੁੰਨ ਨੇ, ਪਾਪ ਨੇ, ਉਹ ਕਈਆਂ ਦੇ ਛੇਤੀ ਨੇ ਜਿਹੜੇ ਉਹ ਮੂਹਰੇ ਆ ਜਾਂਦੇ ਨੇ, ਤੇ ਕਈਆਂ ਦੇ ਸਮਾਂ ਪੈ ਕੇ ਮੂਹਰੇ। ਇਹ ਕਰਮਾਂ ਰੂਪੀ ਖੇਤੀ ਹੈ ਸੰਸਾਰ ਦੇ ਉੱਤੇ ਬੰਦਾ ਜਿਹੜਾ ਆਪਣੀ ਵੱਢਣ ਆਇਆ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਕਿਉਂਕਿ ਸੰਸਾਰ ਦੇ ਤੋਂ ਭਾਵੇਂ ਜਦੋਂ ਮਰਜ਼ੀ ਚਲਾ ਜਾ, ਪਰ ਉਹਦੀ ਦਰਗਾਹ ਦੇ ਵਿੱਚ ਚੰਗਿਆਈਆਂ ਤੇ ਬੁਰਿਆਈਆਂ ਨੇ ਜਿਹੜੀਆਂ ਬਾਚੀਆਂ ਜਾਂਦੀਆਂ ਨੇ। ਚੰਗਿਆਈਆਂ ਤੇ ਬੁਰਿਆਈਆਂ ਦਾ ਹੀ ਉੱਥੇ ਜਾ ਕੇ ਲੇਖਾ ਜੋਖਾ ਹੁੰਦਾ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ। ਪਰ ਮਹਾਰਾਜ ਕਹਿੰਦੇ ਇਹੋ ਜਿਹਾ ਇੱਥੇ ਤੂੰ ਧਨ ਇਕੱਠਾ ਕਰਕੇ ਲੈ ਜੀ ਨਾਮ ਵਾਲਾ, ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਸਿੱਧੀ ਜਗ੍ਹਾ ਮਿਲੇ, ਤੇ ਉੱਥੇ ਤੈਨੂੰ ਆਪਣਾ ਸੀਸ ਨਾ ਝੁਕਾਉਣਾ ਪਵੇ, ਤੈਨੂੰ ਕੋਈ ਸਤਿਕਾਰ ਦੇ ਨਾਲ ਕਹਿ ਕੇ ਬੁਲਾਉਣ। ਉੱਥੇ ਰੇਰੇ ਦਰਗਾਹ ਕਹਿਣਾ, ਕੋਈ ਵੀ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਕੋਈ ਰੇਰੇ ਵੀ, ਕੋਈ ਓਏ ਕਹਿ ਕੇ ਨਹੀਂ ਬੁਲਾਉਂਦਾ। ਰੇਰੇ ਦਾ ਮਤਲਬ ਹੈ ਓਏ ਅਰਥ ਵੀ, ਕਿ ਕੋਈ ਤੈਨੂੰ ਓਏ ਕਹਿ ਕੇ ਨਹੀਂ ਬੁਲਾਊ, ਤੈਨੂੰ ਜੀ ਕਹਿ ਕੇ ਸਤਿਕਾਰ ਦੇ ਨਾਲ ਉੱਥੇ ਦਰਗਾਹ ਦੇ ਵਿੱਚ ਵੀ ਤੇਰੀ ਰੂਹ ਨੂੰ ਨਿਵਾਜਿਆ ਜਾਵੇ। ਕਿਉਂਕਿ ਜੀਵਨ ਦੀ ਸਜਾਈਏ ਜਾਣਾ ਤਾਂ ਸਭ ਨੇ ਆ। ਕੋਈ ਸੰਸਾਰ ਦੇ ਉੱਤੇ ਆ ਕੇ ਕੋਈ ਪਹਿਲਾਂ ਚਲੇ ਜਾਂਦਾ, ਕੋਈ ਬਾਅਦ 'ਚ ਚਲੇ ਜਾਂਦਾ। ਕਈਆਂ ਦੇ ਸਵਾਸ ਸਾਧ ਸੰਗਤ ਜੀ ਜੰਮਦਿਆਂ ਹੀ ਪੂਰੇ ਹੋ ਜਾਂਦੇ ਨੇ। ਕਹਿੰਦੇ ਨਹੀਂ ਹੁੰਦੇ ਵੀ ਬੱਚੇ ਨੇ ਜਨਮ ਲੈ ਲਿਆ, ਸਵਾਸ ਨਹੀਂ ਲੈ ਰਿਹਾ,
ਸਵਾਸ ਦਿਵਾਉਣ ਦਾ ਯਤਨ ਵੀ ਕੀਤਾ ਗਿਆ ਪਰ ਉਹਨੇ ਸਵਾਸ ਨਾ ਲਿਆ। ਫਿਰ ਇਹਨੂੰ ਮ੍ਰਿਤਕ ਕਰਾਰ ਕਰ ਦਿੱਤਾ ਜਾਂਦਾ ਵੀ ਇਹ ਸੰਸਾਰ 'ਤੇ ਆਉਣ ਸਾਰੀ ਇਹਦੇ ਸਵਾਸ ਹੀ ਇੰਨੇ ਸੀ, ਬਸ ਇੱਕ ਦੋ ਸਵਾਸ ਲੈ ਕੇ ਇਹਨੇ ਇੱਥੇ ਸੰਸਾਰ ਦੇ ਕੇ ਸਵਾਸ ਤਿਆਗ ਦੇ। ਕਿਉਂਕਿ ਉਹਦੇ ਦੇਹੀ ਦੇ ਵਿੱਚ ਸਵਾਸ ਹੀ ਇੱਕ ਦੋ ਪਾਇਆ ਸੀ। ਅਤੇ ਕਈਆਂ ਦੇ ਦਿਨਾਂ ਦੇ ਵਿੱਚ ਪੂਰੇ ਹੋ ਜਾਂਦੇ ਨੇ, ਕਈਆਂ ਦੇ ਮਿੰਟਾਂ ਦੇ ਵਿੱਚ, ਘੰਟਿਆਂ ਦੇ ਵਿੱਚ, ਕਈਆਂ ਦੇ ਹਫ਼ਤਿਆਂ 'ਚ, ਕਈਆਂ ਦੇ ਮਹੀਨਿਆਂ 'ਚ ਅਤੇ ਕਈਆਂ ਦੇ ਸਾਲਾਂ ਦੇ ਵਿੱਚ। ਗੱਲ ਹੈ ਇੱਥੇ ਸਵਾਸਾਂ ਦੀ ਪੂੰਜੀ ਦੀ। ਜਿੰਨੇ ਕੁ ਸਵਾਸ ਪਾ ਤੇ ਭਾਵੇਂ ਸਵਾਸ ਨੇ ਜਿਹੜੇ ਪਾਏ ਹੋਏ ਬਚਪਨ ਦੇ ਵਿੱਚ ਪੂਰੇ ਹੋ ਜਾਣ ਅਤੇ ਭਾਵੇਂ ਜਵਾਨੀ ਦੇ ਵਿੱਚ ਪੂਰੇ ਹੋ ਜਾਂਦੇ, ਪਰ ਭਾਉਂਦਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਹੋਣਾ ਉਹੀ ਆ। ਉਹਦੀ ਮਰਜ਼ੀ ਦੇ ਕੇ ਕਿਸੇ ਦੀ ਮਰਜ਼ੀ ਨਹੀਂ ਚੱਲ ਸਕਦੀ। ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੈ ਹੋਣਾ। ਇੱਥੇ ਮਹਾਰਾਜ ਕਹਿੰਦੇ ਉਹੀ ਆ, ਕਰਮਾਂ ਰੂਪੀ ਇੱਥੇ ਖੇਤੀ ਬੀਜਣ ਆਇਆ, ਵੱਢਣ ਆਇਆ ਜੋ ਬੀਜ ਬੀਜਿਆ ਹੋਇਆ। ਇਸ ਮਾਨਸ ਦੇ ਧਾਰ ਕੇ ਇੱਥੇ ਚੰਗੇ ਅਮਲ ਕਮਾ ਲੇਗਾ, ਚੰਗੇ ਬੀਜ ਬੀਜ ਲੇਗਾ ਤਾਂ ਉਹੋ ਜਿਹਾ ਹੀ ਮਹਾਰਾਜ ਕਹਿੰਦੇ ਤੈਨੂੰ ਜਿਹੜਾ ਫਲ ਪ੍ਰਾਪਤ ਹੋ ਜੇ। ਪਰ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਤੋਂ ਜਨਮ ਲੈਣ ਤੋਂ ਪਹਿਲਾਂ ਮੱਥੇ ਤੇ ਲੇਖ ਲਿਖਾ ਕੇ ਆ ਗਿਆ, ਮਹਾਰਾਜ ਕਹਿੰਦੇ ਉਹਦੇ ਲੇਖ ਨੂੰ ਕੋਈ ਫਿਰ ਮਿਟਾ ਨਹੀਂ ਸਕਦਾ। ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਇੱਕ ਨਾ ਮਿਟਦਾ ਕੋਈ। ਲਿਖਿਆ ਕਰਤਾਰ ਦਾ ਮਿਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮਿਟ ਨਾ ਸਕਦਾ ਕੋਈ। ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ। ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ, ਮੇਟ ਨਾ ਸਕਦਾ ਕੋਈ। ਲਿਖਿਆ ਕਰਤਾਰ ਦਾ ਮਿਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮਿਟ ਨਾ ਸਕਦਾ ਕੋਈ।
ਮਹਾਰਾਜ ਕਹਿੰਦੇ ਉਹ ਕਰਤਾਰ ਦਾ ਲਿਖਿਆ ਹੋਇਆ ਲੇਖ ਜਿਹੜਾ ਤੂੰ ਮੱਥੇ ਤੇ ਲਿਖਾ ਕੇ ਆ ਗਿਆ, ਉਹ ਲੇਖ ਨੂੰ ਮਹਾਰਾਜ ਕਹਿੰਦੇ ਫਿਰ ਕੋਈ ਮੇਟ ਨਹੀਂ ਸਕਦਾ। ਉਹਦਾ ਫਿਰ ਤੈਨੂੰ ਜਿਹੜਾ ਕਰਤਾਰ ਨੇ ਲਿਖਤਾ ਵੀ ਤੇਰਾ ਭਾਵੇਂ ਤੇਰੇ 'ਚ ਜਵਾਨੀ ਦੇ ਵਿੱਚ ਸਵਾਸ ਉਹ ਪੂਰੇ ਕਰਾ ਦੇਵੇ, ਭਾਵੇਂ ਬਚਪਨ ਦੇ ਵਿੱਚ ਤੇ ਭਾਵੇਂ ਵਡੇਪੇ ਦੇ ਵਿੱਚ, ਇਹ ਉਹਦੀ ਮਰਜ਼ੀ ਦੇ ਅਨੁਸਾਰ ਹੋਣਾ ਸਭ ਕੁਛ ਇੱਥੇ। ਉਹਦਾ ਲਿਖਿਆ ਹੋਇਆ ਕਰਤਾਰ ਦਾ ਮਹਾਰਾਜ ਕਹਿੰਦੇ ਕਦੇ ਕੋਈ ਮੇਟ ਨਹੀਂ ਸਕਦਾ। ਉਹਦਾ ਜੋ ਲੇਖ ਲਿਖਤਾ ਤੇਰੇ ਕਰਮਾਂ ਰੂਪੀ ਕੱਪੜੇ ਦੇ ਵਿੱਚ ਦੇਹ ਧਾਰ ਕੇ ਤੈਨੂੰ ਭੇਜਤਾ ਸੰਸਾਰ ਦੇ ਉੱਤੇ, ਉਹਦਾ ਫਿਰ ਲੇਖ ਹੈ ਜਿਹੜਾ ਮਹਾਰਾਜ ਕਹਿੰਦੇ ਕੋਈ ਨਹੀਂ ਮੇਟ ਸਕਦਾ ਇੱਥੇ। ਉਹਦੀ ਮਰਜ਼ੀ ਦੇ ਨਾਲ ਹੀ ਇਹ ਸੰਸਾਰ ਦੇ ਉੱਤੇ ਫਿਰ ਜੋ ਤੇਰੇ ਨਾਲ ਹੋਣਾ ਉਹ ਹੋ ਕੇ ਰਹੂਗਾ। ਕ੍ਰਿਸ਼ਨ ਭਗਵਾਨ ਜੀ ਦੇ ਸਮੇਂ ਇੱਕ ਰਾਜਾ ਹੋਇਆ ਜਿਹੜਾ ਰਾਮ ਸੀ, ਰਾਜਾ ਧ੍ਰਿਤਰਾਕਸ਼। ਸਾਧ ਸੰਗਤ ਜੀ, ਉਹ ਜੰਮਦੇ ਤੋਂ ਹੀ ਜਿਹੜੀ ਅੱਖਾਂ ਦੀ ਉਹਦੀ ਨਜ਼ਰ ਨਹੀਂ ਸੀ ਹੈਗੀ, ਜੰਮਦਿਆਂ ਤੋਂ ਹੀ ਉਹਨੂੰ ਦਿਖਦਾ ਨਹੀਂ ਸੀ, ਨੇਤਰਹੀਣ ਸੀ ਉਹ ਅੱਖਾਂ ਤੋਂ। ਤੇ ਇਹੋ ਜਿਹੀ ਉਹਦੇ ਤੇ ਕਸੌਟੀ ਲੱਗੀ ਅਕਾਲ ਪੁਰਖ ਵਾਹਿਗੁਰੂ ਦੀ ਕਿ ਉਹਦੇ ਸਵਾਸ ਸੀ ਜਿਹੜੇ ਬਚਪਨ ਦੇ ਵਿੱਚ ਪੂਰੇ ਹੋ ਗਏ। ਉਹਦੇ ਬੱਚਿਆਂ ਦੇ ਸਵਾਸ 100 ਪੁੱਤਰ ਸੀ ਉਹਦਾ, ਕੋਈ ਜਵਾਨ ਸੀ ਕੋਈ ਬਚਪਨ ਦੇ ਵਿੱਚ ਸੀ, ਤੇ 100 ਦਾ 100 ਪੁੱਤ ਹੀ ਉਹਦਾ ਚੜ੍ਹਾਈ ਕਰ ਗਏ। ਤੇ ਸਾਰੇ ਉਹਦੇ ਕੋਲ ਆਉਂਦੇ ਨੇ, ਬਹਿੰਦੇ ਨੇ, ਆ ਕੇ ਬਹਿ ਕੇ ਮੁੜ ਜਾਂਦੇ ਨੇ, ਉਹਨੂੰ ਹੌਸਲਾ ਦਿੰਦੇ ਨੇ, ਕੋਈ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਣ ਦੀ ਸਾਰੇ ਸੇਧ ਦਿੰਦੇ ਨੇ। ਪਰ ਇਹ ਤਾਂ ਜਿਹਦਾ ਕੋਈ ਇੱਕ ਵਾਰ 'ਚ 100 ਪੁੱਤਰ ਚੜ੍ਹਾਈ ਕਰ ਜਾਣਾ, ਇਹ ਤਾਂ ਫਿਰ ਜਿਹੜਾ ਪੁੱਤਰ ਇੱਥੇ ਸੰਸਾਰ ਤੋਂ ਗਿਆ ਉਹਨੂੰ ਹੀ ਪਤਾ ਹੁੰਦਾ। ਉਹ ਜਿਹਦਾ ਕੋਈ ਜੀ ਚਲੇ ਜਾਂਦਾ ਇਹ ਤਾਂ ਉਹਦੇ ਮਨ ਨੂੰ ਹੀ ਪਤਾ ਹੁੰਦਾ ਵੀ ਉਹਦੇ ਮਨ 'ਤੇ ਕੀ ਬੀਤਦੀ। ਇਹ ਤਾਂ ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਵੀ ਜਿਹਦੇ ਤਨ ਨੂੰ ਲੱਗੀਆਂ ਨੇ ਤਾਂ ਉਹੀ ਤਨ ਜਾਣਦਾ, ਜਿਹਦੇ ਤਨ ਨੂੰ ਵਿਛੋੜਾ ਲੱਗਾ। ਤੇ ਉਹ ਰਾਜਾ ਕੰਧਾਂ ਦੇ ਵਿੱਚ ਟੱਕਰਾਂ ਮਾਰ ਮਾਰ ਕੇ ਰੋਂਦਾ ਵੀ ਮੈਂ ਪਰਮਾਤਮਾ ਦਾ ਕੀ ਮਾੜਾ ਕਰਤਾ ਵੀ ਮੇਰਾ 100 ਪੁੱਤਰ ਇੱਕ ਵਾਰ 'ਚ ਚੜ੍ਹਾਈ ਕਰ ਗਿਆ। ਜਿਵੇਂ ਅਸੀਂ ਘਰਾਂ ਦੇ ਵਿੱਚ ਦੁੱਖ ਦੇ ਵਿੱਚ ਜਾ ਕੇ ਅਫਸੋਸ ਕਰਦੇ ਹਾਂ, ਇੱਦਾਂ ਬੜੇ ਉਹਦੇ ਘਰੇ ਜਾਂਦੇ ਨੇ, ਰਾਜੇ ਕੋਲ ਅਫਸੋਸ ਕਰਨ ਆਉਂਦੇ ਨੇ। ਤੇ ਉਸ ਸਮੇਂ ਦੇ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ ਵੀ ਉਹ ਰਾਜੇ ਦੇ ਕੋਲ ਗਏ, ਬਾਦਸ਼ਾਹ ਦੇ ਕੋਲ ਜਾ ਕੇ ਜਿਵੇਂ ਬੈਠਦੇ ਹੁੰਦੇ ਨੇ, ਜਾ ਕੇ ਹੌਸਲਾ ਦਿੰਦੇ ਨੇ, ਅਫਸੋਸ ਕਰਨ ਜਾਂਦੇ ਨੇ, ਉਵੇਂ ਗਏ। ਮਹਾਰਾਜ ਜਾ ਕੇ ਸਮਝਾਇਆ, ਭਾਈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਦਿੱਤੀ ਹੋਈ ਤੈਨੂੰ ਦਾਤ ਸੀ, ਆਪਣੀ ਮਰਜ਼ੀ ਦੇ ਨਾਲ ਉਹਨੇ ਦਿੱਤੀ ਸੀ ਦਾਤ, ਤੇ ਆਪਣੀ ਮਰਜ਼ੀ ਦੇ ਨਾਲ ਹੀ ਉਹਨੇ ਖੋਹਲੀ ਤੇਰੇ ਤੋਂ। ਤਾਂ ਉਹ ਰਾਜਾ ਕਹਿੰਦਾ, ਮਹਾਰਾਜ ਇੱਥੇ ਬੜੇ ਆਏ ਨੇ ਮੇਰੇ ਕੋਲ, ਸਭ ਮੈਨੂੰ ਹੌਸਲਾ ਦੇ ਕੇ ਨੇ, ਪਰ ਤੁਸੀਂ ਐਦਾਂ ਨਹੀਂ ਜਾ ਸਕਦੇ ਮਹਾਰਾਜ, ਤੁਸੀਂ ਇਸ ਦੁਆਪਰ ਯੁੱਗ ਦੇ ਅਵਤਾਰ ਹੋ, ਆਪ ਪਰਮੇਸ਼ਰ ਹੋ, ਮੈਨੂੰ ਦੱਸੋ, ਮੈਨੂੰ 100 ਜਨਮਾਂ ਤੱਕ ਸੋਝੀ ਹੈ ਕਿ ਮੈਂ ਪਿਛਲੇ 100 ਜਨਮਾਂ ਦੇ ਤੱਕ ਵੀ ਮੈਂ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ। ਉਸ ਰਾਜੇ ਨੂੰ 100 ਜਨਮ ਦੀ ਸੋਝੀ ਕਿਉਂ ਸੀ? ਕਹਿੰਦਾ, ਕ੍ਰਿਸ਼ਨ ਭਗਵਾਨ ਜੀ ਨੇ ਪੁੱਛਿਆ ਕਿ ਤੈਨੂੰ 100 ਜਨਮ ਦੀ ਸੋਝੀ ਕਿਵੇਂ ਹੋਈ? ਕਹਿੰਦਾ, ਜਦੋਂ ਮੇਰਾ ਮਾਤਾ ਦੇ ਪੇਟ ਦੇ ਵਿੱਚ ਵਾਸਾ ਸੀ, 9 ਮਹੀਨੇ ਵਾਸਾ ਰਿਹਾ, ਤਾਂ ਮੇਰੀ ਲਿਵ ਸੀ ਜਿਹੜੀ ਉਹ ਪਰਮਾਤਮਾ ਦੇ ਨਾਲ ਜੁੜੀ ਸੀ। ਤੇ ਉਸ ਸਮੇਂ ਮੇਰੀ ਸਰੀਰ ਦੀ ਸਥਿਤੀ ਕੀ ਸੀ? ਮੁਖ ਤਲੈ ਪੈਰ ਉਪਰੈ ਵਸੰਦੋ ਕਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਰੇ ਉਧਰ ਜਿਸਦਾ ਨਾਏ। ਕਹਿੰਦੇ ਜਦੋਂ ਮੇਰੇ ਸਰੀਰ ਦੀ ਸਥਿਤੀ ਇਹੋ ਜਿਹੀ ਸੀ ਵੀ ਮੇਰੇ ਪੈਰ ਉੱਪਰ ਨੂੰ ਸੀ ਤੇ ਸਿਰ ਹੇਠਾਂ ਨੂੰ ਲਮਕਦਾ ਸੀ, ਕੁੰਭੀ ਨਰਕ ਦੇ ਵਿੱਚ ਮੇਰਾ ਵਾਸਾ ਸੀ, ਉੱਥੇ ਹਨੇਰਾ ਹੀ ਹਨੇਰਾ ਛਾਇਆ ਹੋਇਆ ਸੀ, ਪਰ ਮੇਰੀ ਲਿਵ ਸੀ ਜਿਹੜੀ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੋਈ ਸੀ। ਜੋ ਪ੍ਰਮਾਤਮਾ ਦੇ ਨਾਮ ਨੇ ਹੀ
ਮੇਰੀ ਉੱਥੇ ਰੱਖਿਆ ਕੀਤੀ। ਮੈਨੂੰ ਇਸ ਇਹੋ ਜਿਹੀ ਤਪਦੀ ਅਗਨ ਦੇ ਵਿੱਚ ਉੱਥੇ ਮੈਨੂੰ ਇਹ ਸੰਸਾਰ ਦੇ ਉੱਤੇ ਉਹਦੇ ਮੈਂ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਹੁੰਦਾ ਸੀ, ਮਹਾਰਾਜ ਮੈਂ ਤੁਹਾਡਾ ਬਾਹਰ ਜਾ ਕੇ ਵੀ ਨਾਮ ਜਪੂੰਗਾ। ਸਵਾਸਾਂ ਦੇ ਵਿੱਚੋਂ ਸਵਾਸਾਂ ਦਾ 2.5 ਘੰਟਿਆਂ ਦਾ ਦਸਵੰਧ 24 ਘੰਟਿਆਂ ਦੇ ਵਿੱਚੋਂ ਜ਼ਰੂਰ ਕੱਢਿਆ ਕਰੂੰਗਾ। ਤੇ ਮੇਰੀ ਲਿਵ ਸੀ ਜਿਹੜੀ ਇਹ ਸੰਸਾਰ ਦੇ ਉੱਤੇ ਆ ਕੇ ਵੀ ਉਵੇਂ ਹੀ ਜੁੜੀ ਰਹੀ ਜਿਵੇਂ ਉੱਥੇ ਜੁੜੀ ਸੀ, ਕਿਉਂਕਿ ਉਸ ਸਮੇਂ ਮਾਤਾ ਦੇ ਉਦਰ ਦੇ ਵਿੱਚ ਹਰ ਇੱਕ ਦਾ ਸਾਧ ਸੰਗ ਜੀ ਮਨ ਹੈ ਜਿਹੜਾ ਪਵਿੱਤਰ ਹੁੰਦਾ, ਮਨ ਸ਼ੁੱਧ ਹੁੰਦਾ ਤੇ ਮਨ ਦੀ ਬਿਰਤੀ ਸਿਰਫ ਪ੍ਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਤੇ ਪਿਛਲਾ 100 ਜਨਮ ਯਾਦ ਹੁੰਦਾ ਵੀ ਕਿਹੜੀ ਕਿਹੜੀ ਜੂਨ ਮੈਂ 100 ਜਨਮ ਦੇ ਵਿੱਚ ਭੋਗ ਕੇ ਆਇਆ। ਪਰ ਬੰਦੇ ਨੂੰ ਇਹ ਸੰਸਾਰ ਦੇ ਉੱਤੇ ਆ ਕੇ ਜਦੋਂ ਜਨਮ ਲੈ ਲੈਂਦਾ ਫਿਰ ਉਹਦਾ ਪ੍ਰੇਮ ਹੈ ਜਿਹੜਾ ਇਹ ਦੁਨਿਆਵੀ ਵਸਤੂਆਂ ਦੇ ਨਾਲ ਪੈ ਜਾਂਦਾ। ਪਹਿਲਾਂ ਮਾਤਾ ਪਿਤਾ ਦਾ ਪ੍ਰੇਮ, ਉਹ ਲਾਡ ਲਡਾਉਂਦੇ ਨੇ ਤਾਂ ਪਰਮਾਤਮਾ ਭੁੱਲ ਜਾਂਦਾ ਲਾਡ ਲਾਡ ਦੇ ਵਿੱਚ। ਤੇ ਇਹ ਸੰਸਾਰ ਦੇ ਉੱਤੇ ਆ ਕੇ ਫਿਰ ਕੀ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਹਾਰਾਜ ਕਹਿੰਦੇ ਤੂੰ ਵਾਅਦੇ ਤਾਂ ਬੜੇ ਵੱਡੇ ਵੱਡੇ ਕਰਕੇ ਆਇਆ ਮਾਤਾ ਦੇ ਉਦਰ ਦੇ ਵਿੱਚ ਗਰਭ ਦੇ ਵਿੱਚ, ਕਿ ਮਹਾਰਾਜ ਮੈਂ ਬਾਹਰ ਜਾ ਕੇ ਤੁਹਾਡਾ ਨਾਮ ਜਪੂੰਗਾ, ਬਾਣੀ ਪੜੂੰਗਾ, ਮੈਨੂੰ ਇੱਥੋਂ ਇੱਕ ਵਾਰੀ ਕੱਢ ਲਓ, ਮੈਨੂੰ ਸੰਸਾਰ ਦੇ ਉੱਤੇ ਸੰਸਾਰ ਦਿਖਾ ਦਿਓ, ਮੈਨੂੰ ਮਨੁੱਖਾ ਦੇ ਹੀ ਬਖਸ਼ ਦਿਓ ਮੁਕਤੀ ਦਾ ਸਾਧਨ ਜਿਹੜਾ ਸਾਨੂੰ ਬਖਸ਼ਿਆ ਹੋਇਆ, ਮਾਨਸ ਦੇ ਬਖਸ਼ੀ ਹੈ। ਤੇ ਸੰਸਾਰ ਦੇ ਉੱਤੇ ਆ ਕੇ ਫਿਰ ਤੇਰੇ ਤੇ ਐਸੀ ਮਾਇਆ ਨੇ ਜਾਲ ਪਾਇਆ। ਇਹ ਮਾਇਆ ਇਕੱਲਾ ਧਨ ਨੂੰ ਨਹੀਂ ਆਖਿਆ, ਹੋਰ ਵੀ ਮਾਇਆ ਪ੍ਰੇਮ ਦੀ ਮਾਇਆ ਹੁੰਦੀ ਹੈ, ਜਿਹੜੀ ਸਾਗ ਸੰਬੰਧੀਆਂ ਦੀ ਮਾਇਆ ਦਾ ਮੋਹ ਹੈ ਜਿਹੜਾ, ਇਹ ਜਿਹੜੀ ਅਸਲੀ ਮਾਇਆ ਇਕੱਠੀ ਕਰਨੀ ਸੀ ਉਹ ਇਕੱਠੀ ਨਹੀਂ ਹੋਈ। ਹੋਰ ਧਨ ਦੇ ਪਿੱਛੇ ਉਹ ਕੀਤੇ ਹੋਏ ਵਾਅਦੇ ਵਿਸਾਰਤੇ, ਉਹ ਵਾਅਦਿਆਂ ਨੂੰ ਵਿਸਾਰਤਾ। ਤੇ ਮਹਾਰਾਜ ਕਹਿੰਦੇ ਫਿਰ ਜਿਹੜੇ ਏਡੇ ਏਡੇ ਵਾਅਦੇ ਕੀਤੇ ਉਹ ਸਭ ਕੁਝ ਤੈਨੂੰ ਵਿਸਰ ਗਏ। ਉਹ ਜੋ ਤੂੰ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਿਸਾਰੇਗਾ ਆਪਣਾ, ਜੋ ਤੂੰ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਿਸਾਰੇਗਾ ਆਪਣਾ। ਜੋ ਤੂੰ ਮਾਤਾ ਦੇ ਉਦਰ ਵਿੱਚ, ਹਾਂ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਿਸਾਰੇਗਾ ਆਪਣਾ, ਜੋ ਤੂੰ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਿਸਾਰੇਗਾ ਆਪਣਾ। ਉਹਨੂੰ ਕਿਉਂ ਵਿਸਾਰੇਗਾ ਆਪਣਾ, ਮੇਰੇ ਪਿਆਰੇ ਉਹਨੂੰ ਕਿਉਂ ਵਿਸਾਰੇਗਾ ਆਪਣਾ। ਜੋ ਤੂੰ ਮਾਤਾ ਦੇ ਉਦਰ ਵਿੱਚ ਪਾਲਦਾ
ਵਿਸਾਰੈ, ਉਹਨੂੰ ਕਿਉਂ ਵਿਸਾਰੇਗਾ ਭਲਾ। माता के उदर मह प्रतिपाल करे, सो क्यों मनों विसारी है। मनों क्यों विसारे, जे वरदाता जे अगन में आहार पहुँचावे। ਉੱਥੇ ਤੈਨੂੰ ਪ੍ਰਮਾਤਮਾ ਨੇ ਜਿਹੜਾ ਜੀਵਨ ਬਖਸ਼ਿਆ ਸੀ ਮਾਤਾ ਦੇ ਗਰਭ ਦੇ ਵਿੱਚ, ਜਿੱਥੇ ਤੈਨੂੰ ਸਵਾਸ ਦੇ ਗੇੜੇ ਸਿਮਰਨ ਕਰਦਾ ਸੀ, ਨਾਮ ਜਪਦਾ ਸੀ, ਉੱਥੇ ਤੇਰੀ ਪ੍ਰਮਾਤਮਾ ਨੇ ਮਹਾਰਾਜ ਕਹਿੰਦੇ ਰੱਖਿਆ ਕੀਤੀ, ਤੈਨੂੰ ਜੀਵਨ ਬਖਸ਼ਿਆ। ਉੱਥੇ ਤਪਦੀ ਅਗਨ ਦੇ ਵਿੱਚ ਕੁੰਭੀ ਨਰਕ ਦੇ ਵਿੱਚੋਂ ਬਚਾ ਕੇ ਕੱਢ ਲਿਆ। ਐਡੇ ਐਡੇ ਵਾਅਦੇ ਕੀਤੇ ਉੱਥੇ ਤੂੰ। ਉਹ ਸੰਸਾਰ ਦੇ ਉੱਤੇ ਆ ਕੇ ਮਹਾਰਾਜ ਕਹਿੰਦੇ ਸਭ ਕੁਝ ਵਿਸਰ ਗਏ ਤੈਨੂੰ ਵਾਅਦੇ ਕੀਤੇ ਹੋਏ, ਵੀ ਜਿਹੜਾ ਤੂੰ ਵਾਅਦਾ ਕੀਤਾ ਸੀ ਵੀ ਮੈਂ ਸਵਾਸਾਂ ਦਾ ਦਸਬੰਧ ਕੱਢਿਆ ਕਰੂੰ, ਤੇਰਾ ਨਾਮ ਜਪਿਆ ਕਰੂੰਗਾ, ਬਾਣੀ ਪੜ੍ਹਿਆ ਕਰੂੰਗਾ, ਉਹ ਸਭ ਕੁਝ ਵਿਸਰ ਗਏ। ਬਾਣੀ ਵਿਸਰ ਗਈ, ਨਾਮ ਵਿਸਰ ਗਿਆ, ਗੁਰੂ ਦੀ ਮੂਰਤ ਵਿਸਰ ਗਈ, ਪਰਮਾਤਮਾ ਦੀ ਹਸਤੀ ਤੈਨੂੰ ਭੁੱਲ ਗਿਆ ਵੀ ਤੂੰ ਪਰਮਾਤਮਾ ਪੁੱਤਰ ਹੈ, ਸੰਸਾਰ ਤੇ ਪਰਮਾਤਮਾ ਪੁੱਤਰ ਸ਼ਹਿਜ਼ਾਦਾ ਹੈ, ਉਹਦੇ ਦੁਆਰਾ ਭੇਜਿਆ ਗਿਆ ਹੈ। ਤੇ ਜਿੰਨੇ ਕੁ ਸਮੇਂ ਵਾਸਤੇ ਤੈਨੂੰ ਰਹਿਣ ਬਸੇਰਾ ਕੱਟਣ ਭੇਜਿਆ, ਉਹਨਾਂ ਕੁ ਸਮਾਂ ਕੱਟ ਕੇ ਇੱਥੋਂ ਤੂੰ ਕੂਚ ਕਰ ਜਾਣਾ ਇੱਕ ਦਿਨ ਸੰਸਾਰ। ਤੇ ਕ੍ਰਿਸ਼ਨ ਭਗਵਾਨ ਜੀ ਨੂੰ ਦੱਸਿਆ ਜਦੋਂ ਉਹਨੇ ਰਾਜੇ ਨੇ ਕਿ ਮੈਨੂੰ ਇੰਨੀ ਕੁ ਮੇਰੀ ਸ਼ੁੱਧ ਬੁੱਧ ਸੀ ਕਿ ਮੈਨੂੰ ਸਭ ਕੁਝ ਪਿਛਲਾ 100 ਜਨਮ ਯਾਦ ਸੀ, ਤਾਂ ਕ੍ਰਿਸ਼ਨ ਭਗਵਾਨ ਜੀ ਹੱਸ ਕੇ ਕਹਿੰਦੇ 100 ਜਨਮ ਦਾ ਤੂੰ, ਇਹ 100 ਜਨਮਾਂ ਦੀ ਗੱਲ ਨਹੀਂ ਵੀ ਜੇ ਤੂੰ ਪਿਛਲੇ 100 ਜਨਮ ਮਾੜਾ ਕਰਮ ਨਹੀਂ ਕੀਤਾ ਵੀ ਤੂੰ ਚੰਗੇ ਕਰਮ ਕੀਤੇ ਨੇ, ਹਜੇ ਤੱਕ ਤੇਰੇ ਪੁੰਨ ਨਹੀਂ ਜਾਗਦੇ ਸੀ, ਤੇਰੇ ਚੰਗੇ ਕਰਮ ਕੀਤੇ ਹੋਏ ਮੂਹਰੇ ਆਉਂਦੇ ਸੀ, ਤਾਂ ਕਰਕੇ ਤੈਨੂੰ ਰਾਜ ਭਾਗ ਮਿਲਿਆ ਹੋਇਆ। ਤੇ ਉਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਕਹਿੰਦਾ ਜੇ ਮੈਨੂੰ ਅੱਖਾਂ ਹੀ ਨਹੀਂ ਸੀ ਦੇਣੀਆਂ, ਜੇ ਮੈਂ ਮਹਿਲ ਮਨਾਰੇ ਦੇਖ ਹੀ ਨਹੀਂ ਸਕਦਾ, ਰਾਜ ਗੱਦੀ ਦੇ ਬਹਿ ਕੇ ਮੈਂ ਕਿਸੇ ਦੇ ਦਰਸ਼ਨ ਹੀ ਨਹੀਂ ਕਰ ਸਕਦਾ, ਫਿਰ ਮੈਨੂੰ ਇਹ ਰਾਜ ਭਾਗ ਕਿਉਂ ਬਖਸ਼ਣਾ ਸੀ ਪਰਮਾਤਮਾ ਨੇ, ਜੇ ਮੈਨੂੰ ਅੱਖਾਂ ਹੀ ਨਹੀਂ ਸੀ ਦੇਣੀਆਂ। ਤੇ ਕਹਿੰਦਾ ਜੇ ਮੈਨੂੰ ਮੇਰੇ ਤੋਂ ਇਹ 100 ਪੁੱਤਰ ਦਿੱਤਾ ਹੋਇਆ ਪਰਮਾਤਮਾ ਨੇ ਖੋਹ ਲੈਣਾ ਸੀ, ਵੀ ਇਹ 100 ਪੁੱਤਰ ਦੀ ਦਾਤ ਮੈਨੂੰ ਪਹਿਲਾਂ ਬਖਸ਼ਿਓ ਕਿਉਂ, ਕਹਿ ਨਹੀਂ ਦਿੰਦੀ ਵੀ ਇੱਥੋਂ ਤਾਂ ਦੇਣਾ ਹੀ ਨਹੀਂ ਸੀ, ਜੇ ਮਹਾਰਾਜ ਤੂੰ ਖੋਹ ਲੈਣਾ ਸੀ ਮੇਰੇ ਜਵਾਨੀ ਦੇ ਵਿੱਚ ਹੀ। ਜਵਾਨ 100 ਪੁੱਤਰ ਰਾਜੇ ਦਾ ਚੜ੍ਹਾਈ ਕੀਤਾ, ਮਨ ਦੇ ਵਿੱਚ ਬੜਾ ਵਿਰਾਗ ਦੁੱਖ ਹੈ, ਇਹ ਤਾਂ ਜਿਹਦੇ ਤਨ ਨੂੰ ਲੱਗੀਆਂ ਉਹੀ ਤਨ ਜਾਣੇ। ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਚੱਲ ਫਿਰ ਤੈਨੂੰ ਫਿਰ 100 ਜਨਮ ਤੋਂ ਤੇਰਾ ਪਿਛਲਾ ਲੇਖਾ ਦਿਖਾ ਦਈਏ, ਫਿਰ ਪਿਛਲਾ ਸਮਾਂ ਤੈਨੂੰ ਯਾਦ ਹੈ। ਕਹਿੰਦਾ ਮਹਾਰਾਜ ਮੇਰੀ 100 ਜਨਮ ਤੱਕ ਦੀ ਬਸ ਇੱਥੇ ਤੱਕ ਹੀ ਜ਼ੋਰ ਚੱਲ ਸਕਦਾ, ਇੰਨਾ ਕਿ ਮੇਰੀ ਭਜਨ ਬੰਦਗੀ ਹੈ, 100 ਜਨਮ ਤੋਂ ਪਿਛਲਾ ਜਨਮ ਨਹੀਂ ਮੈਂ ਦੇਖ ਸਕਦਾ। ਤਾਂ ਮਹਾਰਾਜ ਨੇ ਕੀ ਕਹਦਾ, ਸਿਰ ਤੇ ਹੱਥ ਰੱਖਿਆ ਕ੍ਰਿਸ਼ਨ ਮਹਾਰਾਜ ਜੀ ਨੇ, ਤੇ ਉਦੋਂ 100 ਤੋਂ ਪਿਛਲੇ ਜਨਮ ਤੇ ਪਹੁੰਚ ਗਿਆ। ਜਦੋਂ ਕੀ ਦੇਖਦਾ, ਇੱਕ ਛੋਟਾ ਜਿਹਾ ਬੱਚਾ ਹੈ, ਉਹ ਖੇਡਦਾ ਫਿਰਦਾ ਹੈ, ਤੇ ਉਹ ਛੋਟੇ ਜਿਹੇ ਬੱਚੇ ਨੂੰ ਇਲਤ ਸ਼ਰਾਰਤ ਸੁੱਝ ਗਈ। ਉਹਨੇ ਕੀ ਕੀਤਾ, ਜਿਹੜਾ ਅਸਮਾਨ ਤੇ ਉੱਡਣ ਵਾਲਾ ਪਰਿੰਦਾ ਤਿਤਲੀ, ਉਹ ਤਿਤਲੀ ਨੂੰ ਹੱਥ ਦੇ ਵਿੱਚ ਫੜ ਲਿਆ, ਤੇ ਉਹਦੀ ਮਾਂ ਵੀ ਆਵਾਜ਼ਾਂ ਮਾਰਦੀ, ਦੇਖੀ ਪੁੱਤਰਾ ਕਿਤੇ ਇਹਨੂੰ ਮਾਰ ਨਾ ਦੇਈਂ, ਭਾਵੇਂ ਜਾਮਾ ਇਹਦਾ ਪਰਿੰਦੇ ਦਾ ਪਰ ਇਹਦਾ ਵੀ ਕੋਈ ਮਾਤਾ ਪਿਤਾ ਹੈ, ਭਾਵੇਂ ਇਹ ਅਸਮਾਨ 'ਚ ਉੱਡਣ ਵਾਲਾ ਪਰਿੰਦਾ ਪੰਛੀ ਆ, ਸਵਾਸ ਇਹਦੇ ਵਿੱਚ ਵੀ ਵੱਸਦੇ ਨੇ, ਜਾਨ ਇਹਦੇ ਵਿੱਚ ਵੀ ਹੈ, ਜੇ ਇਹਨੂੰ ਕਸ਼ਟ ਦੇਂਗਾ ਪੀੜਾ ਇਹਦੇ ਵੀ ਹੋਏਗੀ। ਅੱਜ ਅਸੀਂ ਜਾਨਵਰ ਦੇ ਚੱਕ ਕੇ ਰੋੜਾ ਮਾਰ ਦਿੰਦੇ ਹਾਂ, ਕਸ਼ਟ ਉਹਦੇ ਵੀ ਹੁੰਦਾ, ਪੀੜਾ ਸਾਧ ਸੰਗਤ ਜੀ ਜਾਨਵਰ ਦੇ ਵੀ ਹੁੰਦੀ ਹੈ, ਆਤਮਾ ਉਹਦੇ ਵਿੱਚ ਵੀ ਵੱਸਦੀ ਹੈ, ਤੇ ਅਸੀਂ ਵੀ ਉਹੀ ਜੂਨਾਂ ਪਿੱਛੇ ਪਹਿਲਾਂ ਭੋਗ ਕੇ ਆਏ ਹਾਂ।
एक बारी कोई ये ना समझो भी एक बारी संसार ते है भी एक बारी वो जन्म लिया, एक बारी बस आही मनुखी जामा धारिया भी यही धारी रखना। ये कर्मा रूपी खेती वढ़न आया इत्थे, अगे जाके जिहो जे बीज बीजेगा उहो जिहा फल प्राप्त करेगा। तो उन्होंने शरारत सूझी, इल्त सूझी, उन्हें अपनी माता के कहण के बावजूद भी उसकी एक ना मनी की कीता, उन्हें उस तितली दीयां अखां दे विच सूई मार के उन्होंने अखां तो नेत्रहीन करता, तो उन्होंने मारिया भी नहीं, अखां दे विच सूई मार के थले सिੱਟਦੀ, ਉਹ तड़फण लग गई थले धरती दे, ना तो ਉਹਦੇ सवास निकल गए, उत्थे ही तड़फी गई। तो तड़फदे तड़फदे उन्हें किन्ना टाइम किन्ना समा नूं अखां तो दिसदा नहीं सी, उन्हें पता नहीं उहदी रूह ने फिर की राजे नूं श्राप दिता। तो कृष्ण महाराज ने समझाया, तो पुछदा कहंदा ये बच्चा कौन है जिन्हें इन्हें माड़ा कर्म किया तितली दे नाल, इस परिंदे दे नाल। तां महाराज ने दस्सिया राजा तू ही है, 100 जन्म तो पहलां दा तेरा यह जीवन है, तू बचपन दे विच एक परिंदे आसमान दे विच उड्डण वाले परिंदे नूं ਉਹਦੀਆਂ ਅੱਖਾਂ ਦੇ ਵਿੱਚ ਸੂਈ ਮਾਰ ਕੇ ਉਹਨੂੰ ਨੇਤਰਹੀਣ ਕਰਤਾ, ਉਹਦੀਆਂ ਅੱਖਾਂ ਖੋਲੀਆਂ ਤਾਂ ਕਰਕੇ ਪ੍ਰਮਾਤਮਾ ਨੇ ਹੁਣ ਤੱਕ ਤੇਰਾ ਉਹ ਪਾਪ ਉਵੇਂ ਹੀ ਪਿਆ ਸੀ, ਉਹ ਪਾਪ ਦਾ ਲੇਖਾ ਅੱਜ ਦੇਣਾ ਪਿਆ, ਤੂੰ ਤਾਂ ਕਰਕੇ ਅੱਖਾਂ ਤੋਂ ਕਹਿੰਦੇ ਨੇਤਰਹੀਣ ਹੋ ਗਿਆ। ਉਹ ਸਮੇਂ ਤੂੰ 100 ਜਨਮ ਤੋਂ ਪਹਿਲਾਂ ਕਹਿੰਦੇ ਤੂੰ ਤਿਤਲੀ ਦੀਆਂ ਅੱਖਾਂ ਦੇ ਵਿੱਚ ਸੂਈ ਮਾਰੀ ਤਾਂ ਉਹ तितली ਦੀਆਂ ਅੱਖਾਂ चले गई, इस करके अज तेनों भी वो जीवन का जोड़ा लेखा देना पै रहा, तेरिया ਅੱਖਾਂ राजिया तां चले गई, तां करके तेनों ਅੱਖਾਂ तो नेत्रहीन होना पै गया। इसे करके महाराज कहते हैं संसार की जीवन है जोड़ा वार वार नहीं मिलना, इत्थे रुत्तां ने जिहड़ियां सब कुछ मुड़ मुड़ आउणा, पर बंदे ने कदे मुड़ के ना रुत्तां बदलदियां रहणगीਆਂ। रुत्तां मुड़ मुड़ आउणगीਆਂ, बंदिया तू मुड़ के नहीं आउणा, मुड़ मुड़ आउणगीਆਂ, बंदिया तू मुड़ के नहीं आउणा। रुत्तां मुड़ मुड़ आउणगीਆਂ, बंदिया तू मुड़ के नहीं आउणा, मुड़ मुड़ आउणगीਆਂ, बंदिया तू मुड़ के नहीं आउणा। बंदिया तू मुड़ के नहीं आउणा। रुत्तां मुड़ मुड़ आउणगीਆਂ, बंदिया तू मुड़ के नहीं आउणा,
ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਮਹਾਰਾਜ ਕਹਿੰਦੇ ਰੁੱਤਾਂ ਨੇ ਜਿਹੜੀ ਇਹ ਮੌਸਮ ਹੈ, ਬਹਾਰ ਹੈ, ਮੁੜ ਮੁੜ ਕੇ ਬਦਲਦੀ ਰਹੇਗੀ, ਇਹ ਬਦਲਦੀ ਰਹੇਗੀ ਤੇ ਆਈ ਜਾਏਗੀ। ਪਰ ਇੱਕ ਵਾਰੀ ਹੱਥੋਂ ਲੰਘਿਆ ਸਮਾਂ ਤੇਰੇ ਮੁੜ ਕੇ ਵਾਪਸ ਨਹੀਂ ਆਉਣਾ। ਜੇ ਇੱਕ ਵਾਰੀ ਬਚਪਨ ਚਲੇ ਗਿਆ ਤਾਂ ਮੁੜ ਕੇ ਕਦੇ ਬਚਪਨ ਨਹੀਂ ਆਉਣਾ। ਜੇ ਜਵਾਨੀ ਚਲੇ ਗਈ ਤਾਂ ਜਵਾਨੀ ਨਹੀਂ ਆਉਣੀ। ਜਿਹੜਾ ਇੱਕ ਵਾਰੀ ਤੇਰੇ ਹੱਥੋਂ ਇਹ ਸਮਾਂ ਲੰਘ ਗਿਆ, ਇਹ ਮਨੁੱਖਾ ਦੇਹ ਤੈਨੂੰ ਹੀਰੇ ਜਿਹਾ ਮਿਲਿਆ ਹੋਇਆ ਜਨਮ ਤੇਰੇ ਹੱਥੋਂ ਇੱਕ ਵਾਰੀ ਲੰਘ ਗਿਆ, ਤੈਨੂੰ ਮੁੜ ਕੇ ਨਹੀਂ ਮਿਲਣਾ। ਇਹ ਰੁੱਤਾਂ ਨੇ ਵਾਰ-ਵਾਰ ਆਈ ਜਾਣਾ ਇੱਥੇ, ਇਹ ਕੁਦਰਤ ਨੇ ਇੱਥੇ ਹੀ ਇੱਥੇ ਮਿਹਰਬਾਨ ਹੁੰਦੀ ਰਹਿਣਾ। ਪਰ ਜਿਹੜਾ ਤੈਨੂੰ ਜੀਵਨ ਮਿਲਿਆ, ਜਾਮਾ ਮਿਲਿਆ ਮਨੁੱਖਾਂ ਵਾਲਾ, ਇਹ ਕਦੇ ਮੁੜ ਕੇ ਨਹੀਂ ਆਉਣਾ। ਇਹਨੇ ਤਾਂ ਇੱਕ ਧਨ ਜੋ ਬਣਰ ਫੁੱਲੜਾ ਨਾਟੀ ਅੜੇ ਦਿਲ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁਮਣ ਹਾਰ। ਮਹਾਰਾਜ ਕਹਿੰਦੇ ਇਹ 4 ਦਿਨਾਂ ਦਾ ਜੋਬਨ ਹੈ, ਇਹ 4 ਦਿਨਾਂ ਦੇ ਵਾਸਤੇ ਤੈਨੂੰ ਮਿਲਿਆ, ਮੁੜ ਕੇ ਕਦੇ ਨਹੀਂ ਮਿਲਣਾ। ਪੱਬਣ ਕੇਰੇ ਪੱਤ ਜਿਉਂ ਵੀ ਢਲ ਢੁਲ ਜੁਮਣ ਹਾਰ। ਦਰਖਤਾਂ ਦੇ ਨਾਲੋਂ ਪੱਤੇ ਸੁੱਕ ਕੇ ਝੜ ਜਾਂਦੇ ਨੇ, ਇਸੇ ਤਰ੍ਹਾਂ ਇਹ ਸਰੀਰ ਨੇ ਇੱਕ ਦਿਨ ਸੁੱਕ ਕੇ ਇੱਥੇ ਹੀ ਝੜ ਜਾਣਾ, ਇੱਥੇ ਇਹਦੀ ਰਾਖ ਬਣ ਜਾਣੀ। ਰੰਗ ਮਾਣ ਲੈ ਪਿਆਰਾ ਜਾਂ ਜੋਬਨ ਹੁੱਲਾ ਵੀ, ਇੱਥੇ ਰੰਗ ਮਾਣ ਲਾ। ਜ਼ਿੰਦਗੀ ਦੇ 2 ਦਿਨ ਨਾਮ ਜਪ ਕੇ ਜ਼ਿੰਦਗੀ ਨੂੰ ਆਨੰਦਾਂ ਦੇ ਵਿੱਚ ਸ਼ੁਕਰਾਨੇ ਵਜੋਂ ਬਤੀਤ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਵੀ ਮਹਾਰਾਜ ਮੈਨੂੰ ਤੁਸੀਂ ਸਮਾਂ ਬਖਸ਼ਿਆ ਹੋਇਆ, ਮਾਨਸ ਦੇ ਬਖਸ਼ੀਏ ਮੈਨੂੰ, ਸਵਾਸ ਬਖਸ਼ ਤੇ ਇੱਕ ਦਿਨ ਹੋਰ ਨਿਤਨੇਮ ਕਰਨ, ਬਾਣੀ ਪੜ੍ਹਨ। ਪਰ ਮਹਾਰਾਜ ਕਹਿੰਦੇ ਕੋਈ ਬਹੁਤਾ ਸਮਾਂ ਨਹੀਂ, ਦਿਨ ਥੋੜੜੇ ਚਲੇ ਪਿਆ ਪੁਰਾਣਾ ਚੋਲਾ। ਵੀ ਥੋੜ੍ਹੇ ਦਿਨ ਵਾਸਤੇ ਤੈਨੂੰ ਇਹ ਸਮਾਂ ਮਿਲਿਆ ਹੋਇਆ। ਇੱਕ ਦਿਨ ਜਿਵੇਂ ਇੱਕ ਕੱਪੜਾ ਹੈ, ਉਹਦੀ ਬੁਨਿਆਦ ਖਤਮ ਹੋ ਜਾਂਦੀ ਹੈ। ਅਸੀਂ ਚੋਲਾ ਪਾਉਂਦੇ ਹਾਂ, ਕੋਈ ਜਾਮਾ ਪਾਉਂਦੇ ਹਾਂ, ਕੋਈ ਵੀ ਉਹ ਪੁਰਾਣਾ ਹੋ ਜਾਂਦਾ ਕੱਪੜਾ, ਉਹਦੀ ਬੁਨਿਆਦ ਖਤਮ ਹੋ ਜਾਂਦੀ ਹੈ, ਉਹ ਬੋਦਾ ਹੋ ਜਾਂਦਾ। ਇਸੇ ਤਰ੍ਹਾਂ ਇਹ ਸਰੀਰ ਰੂਪੀ ਚੋਲਾ ਹੈ, ਇਹਨੇ ਵੀ ਇੱਕ ਦਿਨ ਬੋਦਾ ਹੋ ਜਾਣਾ, ਇਹਨੇ ਵੀ ਇੱਕ ਦਿਨ ਮਹਾਰਾਜ ਕਹਿੰਦੇ ਇੱਦਾਂ ਹੀ ਬੋਦਾ ਹੋ ਕੇ ਝੜ ਜਾਣਾ। ਤੇ ਜੀਵ ਆਤਮਾ ਜਿਹੜੀ ਇਹਦੇ ਵਿੱਚ ਜਿਹਦਾ ਵਾਸਾ ਹੈ, ਉਹਦਾ ਇਹਦੇ ਨਾਲੋਂ ਸੰਪਰਕ ਟੁੱਟ ਜਾਣਾ ਤੇ ਇਹਦੇ ਵਿੱਚੋਂ ਨਿਕਲ ਕੇ ਉਹਨੇ ਆਪਣੀ ਮਰਜ਼ੀ ਦੇ ਨਾਲ ਅੱਗੇ, ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਏਗਾ, ਕਰਮਾਂ ਰੂਪੀ ਜਿਵੇਂ ਖੇਤੀ ਇੱਥੇ ਕਰਨ ਆਇਆ ਸੀ, ਉਸ ਹਿਸਾਬ ਦੇ ਨਾਲ ਅੱਗੇ ਜਾ ਕੇ ਇਹਦੇ ਕਰਮਾਂ ਦੇ ਅਨੁਸਾਰ ਮਹਾਰਾਜ ਕਹਿੰਦੇ ਦੇਹੀ ਦੀ ਜੀਵ ਆਤਮਾ ਜਿਹੜੀ ਨਿਕਲ ਗਈ, ਉਹਨੂੰ ਇਹਦੇ ਕਰਮਾਂ ਦੇ ਅਨੁਸਾਰ ਨਾਮ ਜਪਣ ਵਾਲੀ ਰੂਹ ਨੂੰ ਸਿੱਧੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਗ੍ਹਾ ਮਿਲਦੀ ਹੈ। ਉਹਨੂੰ ਦੇਵ ਦੇਹੀ ਮਿਲ ਜਾਂਦੀ ਹੈ ਤੇ ਮੁਕਤੀ ਦਾ ਸਾਧਨ ਮਿਲਿਆ ਸੀ, ਉਹਨੇ ਸਾਂਭ ਲਿਆ ਜੀਵਨ। ਕੀ ਸੁਣੀਏ ਗੋਰੀਆ ਅੱਖਣ ਕੰਨੀ ਸੋਏ। ਮਹਾਰਾਜ ਕਹਿੰਦੇ ਵੀ ਆਪਣੀਆਂ ਕੰਨਾਂ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਵਾਰ-ਵਾਰ ਸਮਝਾਉਂਦੇ ਨੇ, ਤੈਨੂੰ ਵਾਰ-ਵਾਰ ਨੀਂਦ ਤੋਂ ਜਗਾਉਂਦੇ ਨੇ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮਰਾਰ, ਇੱਕ ਦਿਨ ਸੋਵਣ ਹੋਏਗੋ ਲਾਂਭੇ ਗੌਣ ਸਾਰ। ਇੱਕ ਦਿਨ ਸਦਾ ਦੀ ਨੀਂਦ ਜਾ ਕੇ ਸੌਂ ਜਾਣਾ, ਫਿਰ ਕਿਸੇ ਨੇ ਨਹੀਂ ਮੁੜ ਕੇ ਜਗਾਉਣਾ। ਹੁਣ ਤੈਨੂੰ ਬਾਣੀ ਵਾਰ-ਵਾਰ ਜਗਾਉਂਦੀ ਹੈ ਵੀ ਮਨਾ ਜਾ ਕੇ ਉੱਠ ਕੇ ਬਾਣੀ ਪੜ੍ਹ, ਨਾਮ ਜਪਿਆ ਕਰ। ਤਾਂ ਉਹ ਰਾਜੇ ਨੂੰ 100 ਜਨਮ ਪਿਛਲਾ ਕ੍ਰਿਸ਼ਨ ਭਗਵਾਨ ਮਹਾਰਾਜ ਨੇ ਦਿਖਾਇਆ ਕਿ ਆਹ ਦੇਖ ਤੂੰ ਇੱਕ ਅਸਮਾਨ 'ਤੇ ਉੱਡਦੇ ਪਰਿੰਦੇ ਦਾ ਨਾਲ ਆਹ ਕਰਮ ਕੀਤਾ, ਤੂੰ ਉਹਦੀਆਂ ਅੱਖਾਂ ਦੇ ਵਿੱਚ ਸੂਈ ਮਾਰ ਕੇ ਉਹਨੂੰ ਅੱਖਾਂ ਤੋਂ ਨੇਤਰਹੀਣ ਕਰਤਾ, ਉਹ ਜੀਵ ਨੂੰ ਪਰਿੰਦੇ ਨੂੰ ਤੂੰ ਕਸ਼ਟ ਦਿੱਤਾ, ਤਾਂ ਕਰਕੇ ਤੈਨੂੰ ਇਹ ਜਿਹੜਾ 100 ਜਨਮ ਦੇ ਬਾਅਦ ਤੇਰੇ ਪੌਣੀ ਜਾਗੀ ਜਾਂਦੀ ਸੀ, ਤੇਰਾ ਪਾਪ ਹਜੇ ਉਵੇਂ ਦਾ ਉਵੇਂ ਪਿਆ ਸੀ ਕੀਤਾ ਹੋਇਆ, ਉਹ ਅੱਜ ਜਾਗ ਪਿਆ ਤੇ ਤੈਨੂੰ ਅੱਖਾਂ ਤੋਂ ਪਰਮਾਤਮਾ ਨੇ ਨੇਤਰਹੀਣ ਕਰਤਾ, ਤੈਨੂੰ ਰਾਜ ਭਾਗ ਦਿੱਤਾ, ਸਾਰਾ ਕੁਝ ਦਿੱਤਾ, ਸਾਰੀਆਂ ਦਾਤਾਂ ਦਿੱਤੀਆਂ, ਪਰ ਤੂੰ ਕੀ ਕੀਤਾ?
ਉਹ ਪਰਿੰਦੇ ਦੇ ਨਾਲ ਜਿਹੜਾ ਮਾੜਾ ਕਰਮ ਕੀਤਾ ਸੀ, ਉਸ ਕਰਕੇ ਤੈਨੂੰ ਅੱਖਾਂ ਖੋਲੀਆਂ ਤੇਰੇ ਤੋਂ ਪਰਮਾਤਮਾ ਨੇ। ਅੱਜ ਤੇਰੇ ਕੋਲ ਸਭ ਕੁਛ ਹੈ, ਰਾਜ ਭਾਗ ਹੈ, ਸਭ ਕੁਛ ਹੈ। ਤੇਰੇ 100 ਪਰਮਾਤਮਾ ਨੇ ਪੁੱਤਰ ਖੋਲੇ ਤੇ ਰਾਜ ਭਾਗ ਨਹੀਂ ਤੂੰ ਦੇਖ ਸਕਦਾ, ਅੱਖਾਂ ਦੇ ਨਾਲ ਕਿਸੇ ਦੇ ਦਰਸ਼ਨ ਨਹੀਂ ਕਰ ਸਕਦਾ। ਤੇ ਕਹਿੰਦੇ ਇੱਥੇ ਹੀ ਬਸ ਨਹੀਂ, ਹੁਣ ਤੂੰ 100 ਜਨਮ ਤੋਂ ਪਿਛਲਾ ਜਨਮ ਦਿਖਾ। ਉਦੋਂ ਤੈਨੂੰ ਪਿਛਲਾ ਜਨਮ ਮਹਾਰਾਜ ਕਹਿੰਦੇ ਦਿਖਾਉਂਦੇ ਆ, ਕ੍ਰਿਸ਼ਨ ਭਗਵਾਨ ਮਹਾਰਾਜ ਕਹਿੰਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਉਦੋਂ ਪਿਛਲਾ ਜਨਮ ਦਿਖਾਇਆ, ਜਿਹੜੇ ਸਮੇਂ ਉਹ ਫੇਰ ਦੁਬਾਰਾ ਰਾਜਾ ਬਣਿਆ ਹੋਇਆ ਸੀ ਉਹ ਜਨਮ ਦੇ ਵਿੱਚ। ਉਦੋਂ ਵੀ ਉਹਨੂੰ ਮਹਾਰਾਜ ਨੇ ਰਾਜ ਭਾਗ ਬਖਸ਼ਿਆ ਸੀ ਤੇ ਉਦੋਂ ਰਾਜ ਭਾਗ ਬਖਸ਼ਿਆ, ਸਾਰੀਆਂ ਦਾਤਾਂ ਨੇ ਉਹਦੇ ਕੋਲ ਕੋਈ ਘਾਟ ਨਹੀਂ। ਪਰ ਸਮਾਂ ਪੈ ਕੇ ਉਹਦੇ ਰਾਜ ਨੂੰ ਖਤਰਾ ਹੋਣਾ ਸ਼ੁਰੂ ਹੋ ਗਿਆ। ਆਲੇ ਦੁਆਲੇ ਦੇ ਜਿਹੜੇ ਰਾਜੇ ਸੀ ਹੋਰ ਉਹਦੇ ਤੇ ਚੜ੍ਹ ਕੇ ਆਉਣ ਲੱਗ ਗਏ ਤੇ ਉਹਦਾ ਰਾਜ ਸੀ ਜਿਹੜਾ ਘਟਣਾ ਸ਼ੁਰੂ ਹੋ ਗਿਆ ਤੇ ਦੂਜੇ ਰਾਜੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਸਭ ਦੇਖ ਕੇ ਉਹਦੇ ਮਨ ਦੇ ਵਿੱਚ ਚਿੰਤਾ ਹੋਣ ਲੱਗ ਗਈ। ਰਾਜ ਭਾਗ ਦੇ ਨਾਲ ਬਹੁਤਾ ਜ਼ਿਆਦਾ ਪਿਆਰ ਸੀ, ਪਰਮਾਤਮਾ ਦੇ ਨਾਲ ਪਿਆਰ ਨਹੀਂ ਸੀ। ਤੇ ਕਿਸੇ ਨੇ ਦੱਸਿਆ ਕਿ ਤੂੰ ਫਲਾਣੇ ਮਹਾਂਪੁਰਖਾਂ ਕੋਲ ਜਾ, ਤੈਨੂੰ ਸੇਧ ਦੇਣਗੇ, ਸੱਚੀ ਗੱਲ ਦੱਸਣਗੇ। ਤਾਂ ਚਲੇ ਗਿਆ ਉੱਠ ਕੇ, ਕਿਉਂਕਿ ਅਸਲੀ ਮਹਾਂਪੁਰਖ ਸੰਤ ਉਹੀ ਹੁੰਦਾ, ਸਾਧ ਸੰਗਤ ਜੀ, ਜਿਹੜਾ ਬਾਣੀ ਦੇ ਨਾਲ ਜੋੜਦਾ, ਨਾਮ ਦੇ ਨਾਲ ਜੋੜਦਾ, ਜਿਹੜਾ ਸਾਨੂੰ ਨਾਮ ਦਾ ਖਜ਼ਾਨਾ ਬਖਸ਼ਦਾ, ਜਿਹੜਾ ਸਾਨੂੰ ਪੂਰਨ ਤੌਰ 'ਤੇ ਗੁਰੂ ਵਾਲਾ ਬਣਾਉਂਦਾ। ਉਹਦਾ ਕਦੇ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਣਾ ਚਾਹੀਦਾ, ਜਿਹਨੇ ਸਾਨੂੰ ਸਿੱਧੇ ਰਸਤੇ ਪਾਇਆ ਹੋਇਆ, ਬਾਣੀ ਦੇ ਲੜ ਲਾਇਆ ਹੋਇਆ। ਤਾਂ ਉਹਨੂੰ ਦੱਸਿਆ ਕਿ ਫਲਾਣੇ ਮਹਾਂਪੁਰਖਾਂ ਕੋਲ ਚਲੇ ਜਾਓ, ਤੈਨੂੰ ਦੱਸਣਗੇ, ਤੈਨੂੰ ਸਿੱਧਾ ਰਸਤਾ। ਤਾਂ ਚਲੇ ਗਿਆ, ਜਾ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੇ ਰਾਜ ਭਾਗ ਨੂੰ ਖਤਰਾ ਹੈ, ਮੇਰਾ ਰਾਜ ਭਾਗ ਘਟਦਾ ਜਾ ਰਿਹਾ ਹੈ ਤੇ ਮੇਰਾ ਖਜ਼ਾਨਾ ਵੀ ਘਟੀ ਜਾਂਦਾ। ਤਾਂ ਮਹਾਰਾਜ ਨੇ, ਉਹ ਮਹਾਂਪੁਰਖਾਂ ਨੇ ਦੱਸਿਆ, ਐਦਾਂ ਕਰ, ਇੱਕ ਤਾਂ ਆਪਣੇ ਨਗਰ ਦੇ ਵਿੱਚ ਕੋਈ ਸੰਤ ਮਹਾਂਪੁਰਖਾਂ ਨੂੰ ਰੱਖ, ਅਰਦਾਸਾਂ ਬੇਨਤੀਆਂ ਕਰਨ ਨੂੰ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰ, 2-3 ਟਾਈਮ ਤੇ ਉਹਨਾਂ ਤੋਂ ਅਰਦਾਸ ਬੇਨਤੀ ਕਰਾਇਆ ਕਰ ਨਗਰ ਦੇ ਵਿੱਚ, ਸੁੱਖ ਸ਼ਾਂਤੀ ਦੀ, ਸਰਬੱਤ ਦੇ ਭਲੇ ਦੀ। ਉਹਦੇ ਨਾਲ ਵੀ ਤੇਰਾ ਭਲਾ ਹੋਏਗਾ, ਤੇਰੇ ਨਗਰ ਦੇ ਵਿੱਚ ਮਾੜੇ ਕਰਮ ਨਹੀਂ ਹੋਣਗੇ ਤੇ ਕੋਈ ਕਿਸੇ ਦਾ ਕੋਈ ਜਵਾਨ ਪੁੱਤਰ ਨਹੀਂ ਚੜ੍ਹਾਈ ਕਰੂਗਾ। ਛੇਤੀ ਕਰਕੇ ਤੇਰੇ ਨਗਰ ਦੇ ਵਿੱਚ ਮਾੜੇ ਕਰਮ ਨਹੀਂ ਹੋਣਗੇ। ਤੂੰ ਸਰਬੱਤ ਦਾ ਭਲਾ ਮੰਗਿਆ ਕਰ ਤੇ ਉਹ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾ ਕੇ ਉਹਨਾਂ ਤੋਂ ਅਰਦਾਸ ਬੇਨਤੀ ਕਰਾਇਆ ਕਰ। ਤੇ ਦੂਜਾ ਕਹਿੰਦੇ ਇੱਕ ਹੰਸਾ ਦਾ ਜੋੜਾ ਰੱਖ। ਉਹ ਰਾਜਾ ਕਹਿੰਦਾ ਮਹਾਰਾਜ ਵੀ ਮਹਾਂਪੁਰਖਾਂ ਨੂੰ ਤਾਂ ਰੱਖਣਾ ਸੌਖਾ, ਉਹਨੂੰ ਤਾਂ ਚੱਲ ਕਹਿੰਦਾ 2 ਪ੍ਰਸ਼ਾਦੇ ਛਕਾਉਣੇ ਨੇ, ਕਹਿੰਦਾ ਛਕਾ ਦਿਆ ਕਰੂੰਗਾ, ਪਰ ਕਹਿੰਦਾ ਹੰਸਾਂ ਦੇ ਜੋੜੇ ਰੱਖਣੇ ਬੜੇ ਔਖੇ ਨੇ, ਹੰਸਾਂ ਨੂੰ ਪਾਲਣਾ ਬੜਾ ਔਖਾ ਉਹਨਾਂ ਦੀ, ਕਿਉਂਕਿ ਖੁਰਾਕ ਸਾਧ ਸੰਗਤ ਜੀ ਹੀਰੇ ਮੋਤੀ ਹੁੰਦੀ ਹੈ। ਹੰਸਾ ਜਿਹੜਾ ਭੁੱਖਾ ਮਰ ਜੂਗਾ, ਸਵਾਸ ਤਿਆਗ ਦੂ, ਕਦੇ ਕੋਈ ਡੱਡੂ ਮੱਛੀ ਨੂੰ ਮੂੰਹ ਨਹੀਂ ਲਾਊਗਾ, ਉਹਨਾਂ ਦੀ ਖੁਰਾਕ ਹੀ ਹੀਰੇ ਮੋਤੀ। ਵਰਦੀ ਹੈ ਜਿਹੜੀ ਉਹਨਾਂ ਦੀ ਬੰਗਲੇ ਦੀ, ਦੇਹੀ ਹੈ ਜਿਹੜੀ ਉਹਨਾਂ ਦੀ ਬੰਗਲੇ ਵਰਗੀ ਹੁੰਦੀ ਹੈ। ਬੰਗਲਾ ਦੀ ਜਿਹੜੀ ਖੁਰਾਕ ਹੈ ਉਹ ਕੀੜੇ ਮਕੌੜੇ, ਡੱਡੂ ਮੱਛੀਆਂ ਖਾਂਦਾ, ਪਰ ਹੰਸ ਨੇ ਜਿਹੜੇ ਬੰਗਲੇ ਦੀ ਤਰ੍ਹਾਂ ਦੇਖਣ ਵਾਲੇ, ਉਹ ਹੀਰੇ ਮੋਤੀ ਚੁਗਦੇ ਨੇ, ਉਹਨਾਂ ਦੀ ਉਹ ਖੁਰਾਕ। ਆਓ ਮਹਾਂਪੁਰਖਾਂ ਨੇ ਦੱਸਿਆ 12 ਸਾਲ ਹੰਸਾਂ ਦੇ ਜੋੜੇ ਨੂੰ ਰੱਖ ਤੇ ਉਹਨਾਂ ਦੀ ਸੇਵਾ ਕਰਿਆ ਕਰੀ। ਉਹਨਾਂ ਨੂੰ ਹੀਰੇ ਮੋਤੀ ਜੋ ਵੀ ਉਹਨਾਂ ਦੀ ਖੁਰਾਕ ਤੈਨੂੰ 12 ਸਾਲ ਜੇ ਤੂੰ ਖਵਾਏਂਗਾ, ਤੈਨੂੰ 12 ਸਾਲ ਦੇ ਬਾਅਦ ਇੱਕ ਲਾਲ ਦੇ ਜਾਣਗੇ। ਉਹ ਲਾਲ ਦਿੱਤਾ ਹੋਇਆ ਤੈਨੂੰ ਅਮਰ ਕਰ ਦੇਗਾ, ਜੀਵਨ ਮੁਕਤ ਕਰ ਦੇ। ਕਿਉਂਕਿ ਲਾਲ ਦੀ ਕੋਈ ਕੀਮਤ ਹੀ ਨਹੀਂ ਹੁੰਦੀ। ਉਹ ਲਾਲ ਜਿਹਨੂੰ ਆਖਿਆ ਜਾਂਦਾ, ਉਹਦੀ ਕੋਈ ਪਛਾਣ ਕੋਈ ਜਵਾਰੀ ਨਹੀਂ ਕਰ ਸਕਦਾ, ਕੋਈ ਉਹਦੀ ਨਾਮ ਪਛਾਣ ਸਿਰਫ ਨਾਮ ਜਪਣ ਵਾਲੀਆਂ ਰੂਹਾਂ ਹੀ ਕਰ ਸਕਦੀਆਂ। ਤਾਂ ਉਹਨੇ ਗੱਲ ਮੰਨ ਕੇ ਆਪਣੇ ਨਗਰ ਦੇ ਵਿੱਚ ਹੰਸ ਰੱਖ ਲਏ ਤੇ ਮਹਾਂਪੁਰਖਾਂ ਨੂੰ ਲਿਆਂਦਾ, ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਂਦਾ, ਅਰਦਾਸ ਬੇਨਤੀ ਕਰਾਉਂਦਾ ਤੇ ਉਹਦੇ ਨਗਰ ਦਾ ਭਲਾ ਹੋਣਾ ਸ਼ੁਰੂ ਹੋ ਗਿਆ। ਉਹਦੇ ਨਗਰ ਦੇ ਵਿੱਚ ਮਾੜੇ ਕਰਮ ਨੇ ਜਿਹੜੇ, ਉਹ ਹੁਣ ਹਟ ਕੇ ਤੇ ਉਹਦੇ ਰਾਜ ਭਾਗ ਦੇ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ। ਤੇ ਦੂਜੇ ਪਾਸੇ ਹੰਸਾਂ ਨੂੰ ਪਾਲਣ ਲੱਗ ਗਿਆ। ਹੰਸਾਂ ਦੀ ਜੋ ਖੁਰਾਕ ਉਹਨਾਂ ਨੂੰ ਹੀਰੇ ਮੋਤੀ ਖਵਾਉਂਦਾ ਲਿਆ ਕੇ।
है तो बड़ा औखा हंसां नूं पालना, पर वो राजे ने कदम चुक लिया, महापुरखों की गल मनी, उन्होंने बचन मने। क्योंकि जो सानू सियाणा पुरुष है जिहड़ा सीधे रस्ते पाएगा, बाणी वाले रस्ते, उहदी जे कही हुई गल असीं मन लांगे तो साडा जीवन है जिहड़ा वो सफल हो जाए। जे उहदे बाणी दे दित्ते हुए रस्ते ते ना चले, कदम ने जिहड़े फिर नरकां वल नूं जाणगे। मन दे विच विकार अपने आप ही घेरा पा लैणगे। ते हंसां दी उन्हें 12 साल सेवा की। हंसां दा अगे 100 बच्चे ने जो उन्होंने पाले, उन्हें 100 बच्चों ने जन्म लै लिया सी। अगे अगे दिन दिन करके कई सालों के 100 बच्चा उहदा हंसा दा उहदे कोल इकट्ठा हो गया, इकट्ठा ही। तो उहदे कोल राज भाग वध गया, धन वध गया, पर समा इहो जिहा होया फिर हंकार हो गया। फिर वो अकाल पुरख वाहिगुरू बंदे का हंकार नहीं पाउंदा। हर जीओ हंकार ना भावई, वेद कूक सुनावे। प्यारे जी वड्डे वड्डे खाले मान ने, मेरे प्यारे वड्डे वड्डे खाले मान ने। तेरा मान ना गुरां पावे, वड्डे वड्डे खाले मान ने। तेरा मान ना गुरां पावे, वड्डे वड्डे खाले मान ने। वड्डे वड्डे जी खाले मान ने, वड्डे वड्डे जी खाले मान ने। वड्डे वड्डे जी खाले मान ने, वड्डे वड्डे जी खाले मान ने। तेरा मान ना गुरां पावे जी, गुरां पावे। वड्डे वड्डे खाले मान ने, तेरा मान ना गुरां पावे। वड्डे वड्डे खाले मान ने।
ਹਰ ਜਿਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾ। ਮਹਾਰਾਜ ਕਹਿੰਦੇ ਇੱਥੇ ਵੱਡੇ ਵੱਡੇ ਮਾਣ ਵਾਲੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੰਕਾਰ ਨੇ ਘੇਰਾ ਪਾਇਆ ਹੋਇਆ ਸੀ, ਅਗਿਆਨਤਾ ਦਾ ਪਰਦਾ ਪਿਆ ਸੀ, ਉਹ ਵੀ ਇੱਥੇ ਹੀ ਮਹਾਰਾਜ ਕਹਿੰਦੇ ਗਰਕ ਹੋ ਜਾਂਦੇ। ਵੱਡੇ ਵੱਡੇ ਰਾਜੇ ਜਿਹੜੇ ਕਹਿੰਦੇ ਕਹਾਉਂਦੇ ਉਹ ਹੰਕਾਰ ਦੇ ਵਿੱਚ ਹੀ ਮਾਰੇ। ਸਿਕੰਦਰ ਵਰਗੇ, ਰਾਵਣ ਵਰਗੇ ਹੰਕਾਰ ਦੇ ਵਿੱਚ ਹੀ ਗਏ ਨੇ ਸੰਸਾਰ ਤੋਂ, ਨਹੀਂ ਤਾਂ ਮੌਤ ਉਹਨਾਂ ਦੇ ਨੇੜੇ ਦੀ ਨਹੀਂ ਸੀ ਲੰਘ ਸਕਦੀ। ਹੰਕਾਰ ਦਾ ਕਹਿਣ ਦਾ ਭਾਵ ਇਹ ਹੈ ਵੀ ਇਹ ਦੇਹੀ ਦਾ ਮਾਨ ਨਹੀਂ, ਕੋਈ ਦੇਹੀ ਦਾ ਕੋਈ ਹੰਕਾਰ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਹੈ, ਮਰਜ਼ੀ ਦੇ ਨਾਲ ਹੀ ਖੋਹ ਲੈਣੀ ਉਹਨੇ ਆਪਣੇ ਤੋਂ ਜਿੱਦਣ ਖਾਣੀ। ਤੇ ਜਦੋਂ ਰਾਜੇ ਦੇ ਕੋਲ ਰਾਜ ਭਾਗ ਵੱਧਦਾ ਗਿਆ, ਹੰਕਾਰ ਦਾ, ਗਿਆਨਤਾ ਦਾ ਪਰਦਾ, ਮਾੜੇ ਕਰਮ ਜਾਗ ਪਏ। ਕੀ ਕੀਤਾ ਉਹਨੇ? ਕਹਿੰਦਾ ਕਿਹੜਾ ਇਹਨਾਂ ਨੂੰ ਸੰਤਾਂ ਨੂੰ ਕਹਿੰਦਾ ਰੋਜ਼ ਹੀ ਪ੍ਰਸ਼ਾਦਾ ਛਕਾਇਆ ਗੁਰੂ। ਕਹਿੰਦਾ ਇਹਨਾਂ ਨੇ ਤਾਂ ਹੁਣ ਡੇਰੇ ਹੀ ਲਾ ਕੇ ਬਹਿ ਗਏ, ਕਹਿੰਦਾ ਉਰੇ ਪੱਕੇ ਹੀ। ਕਹਿੰਦਾ ਕੱਢੋ ਇਹਨਾਂ ਨੂੰ ਬਾਹਰ ਇੱਥੋਂ ਨਗਰ ਚੋਂ। ਮਨ ਦੇ ਵਿੱਚ ਹੰਕਾਰ ਦੇ ਵਿੱਚ ਆ ਕੇ ਬਾਹਰ ਕੱਢਤਾ ਉਹਨਾਂ ਡੇਰੇ ਇੱਥੋਂ। ਬਾਹਰ ਕੱਢਿਆ ਤਾਂ ਉਸੇ ਵੇਲੇ ਉਹਦੇ ਰਾਜ ਨੂੰ ਫੇਰ ਘਾਟਾ ਪੈਣਾ ਸ਼ੁਰੂ ਹੋ ਗਿਆ। ਉਹਨਾਂ ਦਾ ਅਪਮਾਨ ਕੀਤਾ ਮਹਾਂਪੁਰਖਾਂ ਨੂੰ ਬੋਲ ਕਬੋਲ ਬੋਲੇ, ਬੋਲ ਕਬੋਲ ਬੋਲ ਕੇ ਬਾਹਰ ਕੱਢਿਆ ਸੀ। ਤੇ ਉਹਦੀਆਂ ਮਾੜੀਆਂ ਆਦਤਾਂ ਸੀ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਮਾਸ ਖਾਣਾ ਸ਼ੁਰੂ ਕਰਤਾ ਉਹਨੇ, ਸ਼ਰਾਬ ਪੀਣੀ ਸ਼ੁਰੂ ਕਰਤੀ ਰਾਜੇ ਨੇ। ਤੇ ਰੋਜ਼ ਜੇ ਮਾਸ ਨਾ ਮਿਲਦਾ ਸੀ ਤਾਂ ਉਹ ਰਹਿ ਨਹੀਂ ਸੀ ਸਕਦਾ ਮਾਸ ਦੇ ਬਿਨਾਂ। ਤੇ ਇੱਕ ਦਿਨ ਉਹਨੂੰ ਮਾਸ ਨਾ ਮਿਲਿਆ, ਉਹਨੇ ਕੀ ਕੀਤਾ? ਕਹਿੰਦਾ ਇੱਦਾਂ ਕਰ, ਆਪਣੇ ਕੋਲ ਕਹਿੰਦਾ ਹੰਸਾਂ ਦਾ 100 ਬੱਚਾ ਪਿਆ, ਕਹਿੰਦਾ ਪਾਲਿਆ ਹੋਇਆ, ਕਹਿੰਦਾ ਉਹਨਾਂ ਤੋਂ ਇੱਕ ਚੱਕ ਲਿਆ, ਕਹਿੰਦਾ ਵੱਢ ਲਿਆ ਉਹਨਾਂ ਚੋਂ ਇੱਕ। ਉਹ ਹੰਸਾਂ ਦੇ 100 ਬੱਚੇ ਚੋਂ ਇੱਕ ਬੱਚਾ ਲਿਆ ਕੇ ਵੱਢ ਲਿਆ ਉਹਨੇ। ਵੱਢ ਕੇ ਉਹਦੇ ਰਸੋਈਏ ਨੇ ਉਹਨੂੰ ਬਣਾ ਕੇ ਤੜਕਾ ਲਾ ਕੇ ਛਕਾਇਆ। ਜਦੋਂ ਕਹਿੰਦਾ ਮਾਸ ਤਾਂ ਬੜੇ ਖਾਧੇ ਨੇ, ਕਹਿੰਦਾ ਇਹੋ ਜਿਹਾ ਕਦੇ ਮਾਸ ਨਹੀਂ ਕਦੇ ਖਾਧਾ ਰਾਜਾ। ਕਹਿੰਦਾ ਰੋਜ਼ ਹੀ ਇੱਕ ਹੰਸ ਨੂੰ ਵੱਢ ਲਿਆ ਕਰ। ਕਹਿੰਦਾ ਇੱਦਾਂ ਹੀ ਕਰਦੇ ਕਰਦੇ ਰੋਜ਼ ਹੀ ਮਾਸ ਖਾਣ ਦੀ ਆਦਤ ਪੈ ਗਈ। 100 ਬੱਚਾ ਸੀ ਜਿਹੜਾ ਹੰਸ ਦਾ ਉਹਨੇ ਪਾਲਿਆ ਹੋਇਆ, 100 ਦਾ 100 ਹੀ ਉਹਨੇ ਸਭ ਨੂੰ ਮਾਰ ਕੇ ਖਾ ਗਿਆ, ਕਤਲ ਕਰਕੇ। ਇਹ ਸਭ ਜਦੋਂ ਉਹਨਾਂ ਨੇ ਹੰਸਾਂ ਦੇ ਉਹਨਾਂ ਦੇ ਜਿਹੜੇ ਉਹਨੇ ਲਿਆਂਦੇ ਸੀ, ਪਾਲੇ ਸੀ, ਜਿਹੜੇ ਮਹਾਂਪੁਰਖਾਂ ਨੇ ਉਹਨੂੰ ਦੱਸਿਆ ਸੀ ਹੰਸ ਲਿਆ ਕੇ ਪਾਲਣੇ ਨੇ, ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਜਦੋਂ ਇਹ ਨਕਸ਼ਾ ਦੇਖਿਆ ਸਭ ਕੁਝ ਵੀ, ਇਹਨੂੰ ਰਾਜੇ ਨੂੰ ਤਾਂ ਅਸੀਂ ਲਾਲ ਦੇਣਾ ਸੀ, ਇਹਨੂੰ ਇੰਨੀਆਂ ਦਾਤਾਂ ਦੇਣੀਆਂ ਸੀ, ਇਹਨੇ ਸਾਡੇ ਨਾਲ ਆਹ ਕਰਮ ਕੀਤਾ, ਸਾਡੇ ਬੱਚਿਆਂ ਨੂੰ ਵੱਢ ਕੇ ਖਾ ਗਿਆ। ਉਹਦੇ ਮਹਿਲ ਦੇ ਆਲੇ ਦੁਆਲੇ ਚੱਕਰ ਕੱਟਦੇ ਕੱਟਦੇ ਉਹਨਾਂ ਨੂੰ ਇਹੋ ਜਿਹੀਆਂ ਦੁਰਸੀਸਾਂ ਦਿੱਤੀਆਂ ਰਾਜੇ ਨੂੰ। ਕਹਿੰਦੇ ਤੂੰ ਸਾਡੇ ਬੱਚਿਆਂ ਨੂੰ ਮਾਰਿਆ ਹੈ, ਬੱਚਿਆਂ ਦਾ ਕਤਲ ਕੀਤਾ, ਤੈਨੂੰ ਇਹਦਾ ਲੇਖਾ ਦੇਣਾ ਪਊਗਾ। ਜੀਵ ਹੱਤਿਆ ਦਾ ਇੱਥੇ ਹੀ ਲੇਖਾ ਦੇਣਾ ਪੈਂਦਾ। ਇਹ ਸੱਚਾਈ ਹੈ ਸਾਧ ਸੰਗਤ ਜੀ, ਭਾਵੇਂ ਗੱਲ ਕੌੜੀ ਲੱਗੇ, ਇਹ ਬਾਣੀ ਵੀ ਕਹਿੰਦੀ ਹੈ ਜਿਹੜੇ ਜੀਵ ਹੱਤਿਆ ਕਰਕੇ, ਜਿਹੜੇ ਬਹੁਤੇ ਜ਼ਿਆਦਾ ਜੀਵਾਂ ਦੇ ਸਵਾਦ ਦੇ ਪਿੱਛੇ ਜੀਵ ਹੱਤਿਆ ਕਰਦੇ ਨੇ, ਉਹਦਾ ਲੇਖਾ ਦੇਣਾ ਬੜਾ ਔਖਾ ਹੈ। ਇਹ ਗੱਲ ਸੱਚੀ ਹੈ, ਭਾਵੇਂ ਕਿਸੇ ਨੂੰ ਕੌੜੀ ਵੀ ਲੱਗੇ। ਉਹ ਰਾਜੇ ਨੂੰ ਇਹੋ ਜਿਹਾ ਹੰਸਾਂ ਨੇ ਸ਼ਰਾਪ ਦਿੱਤਾ ਵੀ ਸਾਡੇ 100 ਬੱਚਾ ਤੂੰ ਵੱਢ ਕੇ ਖਾਧਾ ਹੈ, ਤੂੰ ਦੇਖੀ ਆਉਂਦੇ ਸਮਝ ਤੇਰੇ ਨਾਲ ਇਹੋ ਜਿਹਾ ਕਰਮ ਹੋਊਗਾ, ਤੂੰ ਯਾਦ ਰੱਖੇਂਗਾ। ਇਹ ਵੀ ਦੇਖ ਲਓ ਵੀ 100 ਜਨਮ ਤੋਂ ਪਹਿਲਾਂ ਦਾ ਕੀਤਾ ਹੋਇਆ ਕਰਮ ਸੀ ਉਹ ਰਾਜੇ ਦਾ। ਇਹ ਜਿਹੜਾ ਕ੍ਰਿਸ਼ਨ ਭਗਵਾਨ ਨੇ 100 ਜਨਮ ਤੋਂ ਪਹਿਲਾਂ ਉਹਨੂੰ ਦਿਖਾਇਆ ਵੀ ਜੇ ਸਮੇਂ ਤੂੰ ਰਾਜਾ ਸੀ ਇਹ ਕਰਮ ਕੀਤਾ। ਤਾਂ ਜਦੋਂ ਵਾਪਸ ਇਹ ਸਭ ਕੁਝ ਕ੍ਰਿਸ਼ਨ ਭਗਵਾਨ ਨੇ ਦੱਸਿਆ, ਆਹ ਦੇਖ ਲਾ ਹੁਣ ਤੂੰ ਅੱਖਾਂ ਦੇ ਨਾਲ, ਤੂੰ ਉਸ ਸਮੇਂ ਰਾਜਾ ਸੀ, ਤੂੰ ਹੰਸਾਂ ਦਾ 100 ਬੱਚਾ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਖਾਧਾ, ਤਾਂ ਅੱਜ ਤੇਰੇ 100 ਜਵਾਨ ਪੁੱਤਰ ਤਾਂ ਚੜ੍ਹਾਈ ਕਰ ਗਏ। ਤੂੰ ਤੇਰਾ ਹਜੇ ਪਾਪ ਸੀ ਜਿਹੜਾ ਉਹ ਇੱਦਾਂ ਹੀ ਪਿਆ ਸੀ, ਉਹਦਾ ਹਜੇ ਤੇਰਾ ਲੇਖਾ ਵਿੱਚ ਹੀ ਪਿਆ ਸੀ, ਉਹ ਤੈਨੂੰ ਦੇਣ ਵਾਲਾ ਰਹਿੰਦਾ ਸੀ ਹਜੇ। ਇਹ ਚੰਗਿਆਈਆਂ ਤੇ ਬੁਰਾਈਆਂ ਬਾਚੀਆਂ ਜਾਣਗੀਆਂ, ਇਹ ਸੱਚੀ ਗੱਲ ਹੈ। ਬਾਣੀ ਕਹਿੰਦੀ ਹੈ, ਕੋਈ ਪੱਲਿਓਂ ਕੋਈ ਨਹੀਂ ਕੋਈ ਇੱਥੇ ਕਹਿੰਦਾ, ਇਹ ਬਾਣੀ ਸਮਝਾਉਂਦੀ ਹੈ ਸਭ ਕੁਛ।
ਇਹ ਰਾਧਾ ਸੀ ਜਿਹੜਾ ਫਿਰ ਕੰਧਾਂ ਦੇ ਵਿੱਚ ਟੱਕਰਾਂ ਮਾਰ ਮਾਰ ਕੇ ਸਾਧ ਸੰਗਤ ਜੀ ਰੋਂਦਾ। ਫਿਰ ਪੁੱਤਰਾਂ ਦਾ ਕਿਹੋ ਜਿਹਾ ਵਿਛੋੜਾ ਹੁੰਦਾ ਹੈ, ਫਿਰ ਉਹ ਰਾਜੇ ਨੂੰ ਹੀ ਪਤਾ ਹੈ। ਰਾਜਾ ਟੱਕਰਾਂ ਕੰਧਾਂ ਵਿੱਚ ਮਾਰੇ, ਪੁੱਤਰਾਂ ਦਾ ਵਿਜੋਗ ਬੁਰਾ। ਰਾਜਾ ਟੱਕਰਾਂ ਕੰਧਾਂ ਵਿੱਚ ਮਾਰੇ, ਪੁੱਤਰਾਂ ਦਾ ਵਿਜੋਗ ਹੈ ਬੁਰਾ। ਪੁੱਤਰਾਂ ਦਾ ਜੀ ਵਿਜੋਗ ਹੈ ਬੁਰਾ, ਪੁੱਤਰਾਂ ਦਾ ਜੀ ਵਿਛੋੜਾ ਹੈ ਬੁਰਾ। ਪੁੱਤਰਾਂ ਦਾ ਜੀ ਵਿਜੋਗ ਹੈ ਬੁਰਾ, ਪੁੱਤਰਾਂ ਦਾ ਜੀ ਵਿਜੋਗ ਹੈ ਬੁਰਾ। ਰਾਜਾ ਟੱਕਰਾਂ ਕੰਧਾਂ ਵਿੱਚ ਮਾਰੇ, ਪੁੱਤਰਾਂ ਦਾ ਵਿਛੋੜਾ ਹੈ ਬੁਰਾ। ਰਾਜਾ ਟੱਕਰਾਂ ਕੰਧਾਂ ਵਿੱਚ ਮਾਰੇ, ਪੁੱਤਰਾਂ ਦਾ ਵਿਛੋੜਾ ਹੈ ਬੁਰਾ। ਸਾਧ ਸੰਗਤ ਜੀ, ਭਗਵਾਨ ਕ੍ਰਿਸ਼ਨ ਜੀ ਨੇ ਫਿਰ ਉਸ ਰਾਜੇ ਨੇ, ਜਦੋਂ ਰਾਜੇ ਇੱਕ ਰਾਖਸ਼ ਨੇ ਬੇਨਤੀ ਕੀਤੀ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਮੈਂ ਤਾਂ 100 ਜਨਮ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਮੈਨੂੰ ਪਰਮਾਤਮਾ ਨੇ 100 ਪੁੱਤਰ ਦਿੱਤਾ, ਰਾਜ ਭਾਗ ਦਿੱਤਾ, ਰਾਜ ਭਾਗ ਮੈਂ ਨਹੀਂ ਦੇਖ ਸਕਦਾ, ਇਹ ਮਹਿਲ ਏਡੇ ਏਡੇ ਮਨਾਰੇ ਮੈਂ ਨਹੀਂ ਅੱਖਾਂ ਨਾਲ ਦੇ ਸਕਦਾ, ਮੈਨੂੰ ਅੱਖਾਂ ਨਹੀਂ ਦਿੱਤੀਆਂ ਪਰਮਾਤਮਾ ਨੇ, 100 ਪੁੱਤਰ ਦਿੱਤਾ ਉਹ ਵੀ ਖੋਹ ਲਿਆ। ਇੱਦੋਂ ਦਾ ਕਹਿੰਦਾ ਮੈਨੂੰ ਇਹ ਦਾਤ ਹੀ ਨਹੀਂ ਸੀ ਦੇਣੀ ਪੁੱਤਰਾਂ ਦੀ। ਤਾਂ ਜਦੋਂ ਪਿਛਲੇ 100 ਜਨਮ ਤੋਂ ਪਹਿਲਾਂ ਦਾ ਜੀਵਨ ਦਿਖਾਇਆ ਵੀ ਪਹਿਲਾਂ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਕਰਮ ਕੀਤੇ ਨੇ, ਹੰਸਾਂ ਦਾ 100 ਪੁੱਤਰ ਮਾਰਿਆ, ਖਾਧਾ, ਉਹਦਾ ਤੈਨੂੰ ਅੱਜ ਲੇਖਾ ਦੇਣਾ ਪਿਆ, ਉਹ ਤੇਰਾ ਪਾਪ ਉਵੇਂ ਦਾ ਉਵੇਂ ਪਿਆ ਸੀ। ਤੇ ਅਸਮਾਨ ਦੇ ਵਿੱਚ ਉੱਡਦੇ ਪਰਿੰਦੇ ਦੇ ਨਾਲ, ਜੀਵ ਦੇ ਨਾਲ ਤੂੰ ਬਚਪਨ ਦੇ ਵਿੱਚ ਇਲਤ ਕੀਤੀ, ਸ਼ਰਾਰਤ ਕੀਤੀ, ਤੂੰ ਉਹਦੀਆਂ ਅੱਖਾਂ ਦੇ ਵਿੱਚ ਸੂਈ ਮਾਰ ਕੇ ਅੱਖਾਂ ਨਸ਼ਟ ਕਰਤੀਆਂ, ਅੱਖਾਂ ਖਤਮ ਕਰਤੀਆਂ, ਨੇਤਰਹੀਣ ਕਰਤਾ ਉਸ ਜੀਵ ਨੂੰ, ਪਰਿੰਦੇ ਨੂੰ, ਤਿਤਲੀ ਨੂੰ। ਤਾਂ ਅੱਜ ਤੇਰੇ ਤੋਂ ਪਰਮਾਤਮਾ ਨੇ ਅੱਖਾਂ ਖੋਲ੍ਹੀਆਂ, ਤੂੰ ਇਹ ਸੰਸਾਰ ਨਹੀਂ ਦੇਖ ਸਕਦਾ। ਲੇਖਾ ਜੋਖਾ ਸਾਧ ਸੰਗਤ ਜੀ ਇੱਥੇ ਹੈ, ਪਰਮਾਤਮਾ ਨੇ ਜੋ ਇਹ ਸੱਚਾਈ ਹੈ, ਸਾਖੀਆਂ ਜਿਹੜੀਆਂ ਸਾਨੂੰ ਸੇਧ ਦਿੰਦੀਆਂ, ਸੱਚਾਈ ਹੈ ਜੀਵਨ ਦੀ। ਇੱਥੇ ਇਹਨੂੰ ਕੋਈ ਝੂਠ ਨਹੀਂ ਜਾ ਸਕਦਾ। ਇੱਥੇ ਅਸੀਂ ਸਭ ਕੁਝ ਗੁਰੂਆਂ ਦੀਆਂ ਸਾਖੀਆਂ
ਕਥਾ ਵਿਚਾਰਾਂ ਸੁਣਦਿਆਂ ਸਾਨੂੰ ਜੋ ਬਾਣੀ ਕਹਿੰਦੀ ਹੈ ਸਭ ਕੁਝ ਸੱਚਾਈ ਕਹਿੰਦੀ ਹੈ, ਇਹਦੇ ਤੋਂ ਕੋਈ ਭੱਜ ਨਹੀਂ ਸਕਦਾ। ਇਹ ਬਾਣੀ ਦੀਆਂ ਦੱਸੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਕੌੜੀਆਂ ਜ਼ਰੂਰ ਲੱਗਦੀਆਂ ਨੇ, ਪਰ ਇਹ ਜੀਵਨ ਦੀ ਅਸਲੀ ਸੱਚਾਈ ਹੈ। ਰਾਜਾ ਚਰਨਾਂ ਦੇ ਵਿੱਚ ਢਹਿ ਪਿਆ, ਕਹਿੰਦਾ ਇੰਨਾ ਮਾੜਾ ਕਰਮ ਹੋ ਗਿਆ ਮੇਰੇ ਤੋਂ। ਕਹਿੰਦਾ ਮੈਨੂੰ ਪ੍ਰਮਾਤਮਾ ਨੇ ਏਡਾ ਵੱਡਾ ਮੌਕਾ ਦਿੱਤਾ, ਮੈਨੂੰ ਹੰਸ ਦਿੱਤੇ, ਮੈਨੂੰ ਮਹਾਂਪੁਰਖਾਂ ਦੀ ਸੰਗਤ ਬਖਸ਼ੀ, ਰੋਜ਼ ਅਰਦਾਸਾਂ ਬੇਨਤੀਆਂ ਕਰਿਆ ਕਰਦੇ ਸੀ, ਹੰਸਾਂ ਨੂੰ ਮੈਂ ਪਾਲਦਾ ਸੀ। ਜੇ 12 ਸਾਲ ਉਹਨਾਂ ਦੀ ਸੇਵਾ ਕਰ ਲੈਂਦਾ, ਮੈਨੂੰ ਉਹਨਾਂ ਨੇ ਅਮਰ ਹੋਣ ਵਾਸਤੇ ਲਾਲ ਦੇ ਜਾਣਾ ਸੀ, ਜਿਹਦੀ ਕੋਈ ਕੀਮਤ ਨਹੀਂ ਹੁੰਦੀ। ਤਾਂ ਅੱਜ ਮੇਰਾ ਕਹਿੰਦਾ ਜੀਵਨ ਸਫਲ ਹੋ ਜਾਂਦਾ। ਅੱਜ ਮੈਂ ਇਸ ਚੀਜ਼ ਤੋਂ ਬਚ ਜਾਂਦਾ ਜਿਹੜਾ ਅੱਜ ਮੈਨੂੰ ਪੁੱਤਰਾਂ ਦਾ ਵਿਯੋਗ ਨਾ ਲੱਗਦਾ, ਪੁੱਤਰਾਂ ਦਾ ਵਿਛੋੜਾ। ਸਵਾਉ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨੇ ਪੁੱਤਰਾਂ ਦਾ ਜਿਹਨੂੰ ਵਿਛੋੜਾ ਹੁੰਦਾ ਹੈ, ਤਾਂ ਜਿਹਦਾ ਕੋਈ ਜਵਾਨ ਪੁੱਤਰ ਸੰਸਾਰ ਤੋਂ ਚਲੇ ਜਾਂਦਾ ਹੈ, ਇਹ ਤਾਂ ਉਹਨੂੰ ਹੀ ਪਤਾ, ਜਾਂ ਮਾਤਾ ਪਿਤਾ ਨੂੰ ਪਤਾ ਹੈ, ਜਾਂ ਉਸ ਬੱਚੇ ਦੀ ਦਾਦੀ ਨੂੰ ਪਤਾ ਕਿ ਦਾਦੀ ਦਾ ਬੱਚੇ ਦੇ ਨਾਲ, ਪੋਤੇ ਦੇ ਨਾਲ ਕਿੰਨਾ ਪਿਆਰ ਸੀ। ਅੱਧੀ ਰਾਤ ਨੂੰ ਵੀ ਕਹਿੰਦੀ ਜੇ ਮੇਰਾ ਪੋਤਰਾ ਮੇਰੇ ਤੋਂ ਕੁਛ ਮੰਗ ਲੈਂਦਾ ਸੀ, ਕਹਿੰਦੀ ਅੱਧੀ ਰਾਤ ਨੂੰ ਮੈਂ ਬਣਾ ਕੇ ਚੀਜ਼ ਦੇ ਦਿੰਦੀ ਸੀ, ਇੰਨਾ ਪਿਆਰ ਸੀ। ਪਰ ਪਿਆਰ ਇਹ ਕਿਹੜਾ ਜਿਹੜਾ ਜਿੰਨਾ ਟਾਈਮ ਜੀਵਨ ਹੈ ਉਨਾ ਟਾਈਮ ਪਿਆਰ ਰਹਿੰਦਾ। ਉਸ ਤੋਂ ਬਾਅਦ ਜਦੋਂ ਜੀਵਨ ਦੀ ਸਮਾਪਤੀ ਹੋ ਗਈ, ਸਾਰਾ ਪ੍ਰੇਮ ਪਿਆਰ ਇੱਥੇ ਫਿਰ ਗੱਲਾਂ ਤੇ ਯਾਦਾਂ ਰਹਿ ਜਾਂਦੀਆਂ ਨੇ, ਕਰਨ ਨੂੰ ਫਿਰ ਹੋਰ ਕੁਝ ਨਹੀਂ ਰਹਿੰਦਾ ਜੀਵਨ ਤੇ ਸੰਸਾਰ। ਬਸ ਹੁਣ ਤਾਂ ਇਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ। ਮਹਾਰਾਜ ਆਪ ਜੀ ਨੇ ਸਮੇਂ ਤੋਂ ਪਹਿਲਾਂ ਜਵਾਨੀ ਦੇ ਵਿੱਚ ਮਾਤਾ ਪਿਤਾ ਤੋਂ ਉਸ ਦਾ ਪੁੱਤਰ, ਦਾਦੀ ਤੋਂ ਉਸ ਦਾ ਪੋਤਰਾ ਕਾਕਾ ਸਤਨਾਮ ਸਿੰਘ ਨੂੰ ਤੁਸੀਂ ਆਪਣੇ ਭਾਣੇ ਦੇ ਅੰਦਰ, ਜੋ ਤੁਹਾਡਾ ਭਾਣਾ ਸੀ ਤੁਸੀਂ ਖੇਡ ਵਰਤਾਈ, ਜੋ ਲੈ ਗਏ ਉਹਨੂੰ, ਪਰ ਮਹਾਰਾਜ ਕਿਰਪਾ ਕਰਿਓ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਜ਼ਰੂਰ ਬਖਸ਼ਿਓ। ਤੇ ਪਿੱਛੋਂ ਮਹਾਰਾਜ ਆਪ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਤੇ ਪਰਿਵਾਰ ਦੇ ਵਿੱਚ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਭਜਨ ਬਾਣੀ ਦਾ ਪ੍ਰਕਾਸ਼ ਕਰਨਾ। ਇਸੇ ਤਰ੍ਹਾਂ ਗੁਰਮੁਖ ਪਰਿਵਾਰ ਆਪ ਜੀ ਦੇ ਦਰ ਘਰ ਦੀ ਸੇਵਾ ਕਰਦੇ ਰਹਿਣ, ਸੇਵਾ ਸਿਮਰਨ ਬਖਸ਼ਣਾ। ਸਵਾਉ ਸਾਧ ਸੰਗਤ ਜੀ, ਆਨੰਦ ਸਾਹਿਬ ਦੇ ਵਿੱਚ ਸਾਰੀ ਸੰਗਤ ਰਸਨਾ ਪਵਿੱਤਰ ਕਰੋ। ਤੇ ਜਿੰਨੀ ਵੀ ਸੰਗਤ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੀ ਹੈ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ। दुनिया सहावा बाग, दुनिया सहावा बाग, दुनिया सहावा बाग, दुनिया सहावा बाग। दुनिया सुहावा बाग एक दिन छड़ जाना, दुनिया सुहावा बाग एक दिन छड़ जाना। रामकली महला तीजा, आनंद एक ओंकार सतगुर प्रसाद, आनंद पया मेरी माए, सतगुरु मैं पाया। जागरतन परवार करिया, शब्द गावण आईया। कह नानक
ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ ਸਾਚਾ। ਹਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ ਸਾਚਾ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤਹਿ ਸੁਖ ਹੋਆ, ਪਿਤਰ ਅਨਹਦ ਵਾਜੇ। ਹਰਿ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਕ। ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਜ਼ੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੂੰ ਠਾਕੁਰ, ਤੂੰ ਮਾਤ ਪਿਤਾ